ਅੱਜ ਤੁਸੀਂ ਇੱਕ ਬਿਜ਼ਨਸ ਟਾਈਕੂਨ ਹੋ ਲੀਮੋ ਇੰਡਸਟਰੀ ਦੇ ਇਹ ਕਿਵੇਂ ਆਏ? ਲਿਮੋਜ਼ੀਨ ਇੰਡਸਟਰੀ ਐਗਜ਼ਿਸਟ ਕਰਦੀ ਆ। ਮੈਨੂੰ ਬਲੂ ਕਾਲਰ ਜੌਬਸ ਕਾਈਂਡ ਆਫ ਪੀਪਲ ਦੈਟ ਵੀ ਪਿਕ ਕੰਸਿਸਟੈਂਸੀ ਰੱਖੀਏ, ਕਸਟਮਰ ਕਮਸ ਫਰਸਟ। ਕੈਬ ਇੰਡਸਟਰੀ ਹੈ, ਕਿਸ ਤਰ੍ਹਾਂ ਬੂਮ ਕਰ You have to keep educating yourself, you have to keep thinking outside the box. I don't hesitate to take risk. ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਕੈਬ ਇੰਡਸਟਰੀ ਜਿਹੜੀ ਹੈ ਫੇਸ ਕਰ ਰਹੀ ਹੈ? Uber ਹੋ ਗਈ, Lyft ਹੋ ਗਈ, ਇਹੋ ਜਿਹੀਆਂ ਵੱਡੀਆਂ ਕੰਪਨੀਆਂ ਨੇ ਆ ਕੇ ਡਿਸਰਪਟ ਬਹੁਤ ਕੀਤੀ ਆ ਮਾਰਕੀਟ। ਜੇ Uber Lyft ਨੂੰ ਪਾਰਕਿੰਗ ਦਿੱਤੀ ਹੈ ਤਾਂ ਸਾਨੂੰ ਵੀ ਦਿੱਤੀ ਜਾਵੇ। ਫੇਅਰਨੈਸ ਲਈ ਕਾਫੀ ਅਸੀਂ ਫਾਈਟ ਕੀਤੀ ਆ। So you have to continue fighting. We are better than what you can find it just on a random app. ਟਰੱਕਿੰਗ ਇੰਡਸਟਰੀ ਬੈਟਰ ਹੈ ਜਾਂ ਕੈਬ ਇੰਡਸਟਰੀ? ਹਰ ਰੋਜ਼ ਹੀ ਗੇੜੇ ਲਾਈ ਜਾਓਗੇ ਆਪ ਹੀ, ਤੇ ਤੁਸੀਂ ਬਿਜ਼ਨਸ ਦੇ ਉੱਪਰ ਕਦੋਂ ਕੰਮ ਕਰੋਗੇ? ਤੁਸੀਂ ਬਿਜ਼ਨਸ ਦੇ ਅੰਦਰ ਹੀ ਬੜੇ ਹੋਏ, ਚੀਟਿੰਗ ਨਹੀਂ ਕਰ ਸਕਦੇ। ਆਪਣੇ ਲੋਕ ਪੇਸ਼ੈਂਸ ਨਹੀਂ ਰੱਖਦੇ। ਫਾਸਟੈਸਟ ਗਰੋਇੰਗ ਕੰਪਨੀ ਜੀ ਇਨ ਕੈਲੀਫੋਰਨੀਆ ਤੁਹਾਡੀ ਕੰਪਨੀ ਜਿਹੜੀ ਹੈ ਰੈਂਕ ਹੋ ਚੁੱਕੀ ਹੈ। ਤੁਸੀਂ ਕਿੰਨਾ ਬਹਿੰਦੇ ਉੱਠਦੇ ਹੋ ਜੀ, ਉਹ ਬਹੁਤ ਮੈਟਰ ਕਰਦਾ ਹੈ। ਕੀਪ ਲੁਕਿੰਗ ਫॉर ਐਨ ਓਪਰਚੁਨਿਟੀ। देयर इज नो शॉर्टकट टू सक्सेस, देयर इज फास्ट वे टू सक्सेस, बट ਉਹਦੇ ਲਈ ਤੁਹਾਨੂੰ ਸਿੱਖਣਾ ਪੈਣਾ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਭਲਿੰਦਰ ਸਿੰਘ ਵਰਮਾਨੀ। ਪ੍ਰੋਗਰਾਮ ਦਾ ਬਿਗ ਪੁਆਇੰਟ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਔਰ ਅੱਜ ਮੈਂ ਪਹੁੰਚਿਆ ਹੋਇਆ ਕੈਲੀਫੋਰਨੀਆ ਦੇ ਬੜੇ ਹੀ ਸੋਹਣੇ ਸ਼ਹਿਰ ਸੈਨ ਹੋਜ਼ੇ ਵਿੱਚ। ਔਰ ਅੱਜ ਦਾ ਬਿਗ ਪੁਆਇੰਟ ਵਿੱਚ ਮੇਰਾ ਸਾਥ ਦੇ ਰਹੇ ਨੇ ਹੈਰੀ ਢਿੱਲੋਂ ਜੀ। ਹੈਰੀ ਢਿੱਲੋਂ ਜੀ, ਬਹੁਤ ਬਹੁਤ ਸਵਾਗਤ, ਬਹੁਤ ਬਹੁਤ ਸ਼ੁਕਰੀਆ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਹੈਰੀ ਢਿੱਲੋਂ ਜੀ ਸਾਡੇ ਨਾਲ ਕਿਉਂ ਨੇ, ਤੁਹਾਨੂੰ ਦੱਸ ਦਈਏ ਕਿ ਇੱਥੇ ਇੱਕ ਬਹੁਤ ਹੀ ਵੱਡੀ ਇੱਕ ਲਿਮੋਜ਼ਿਨ ਕੰਪਨੀ ਹੈ, ਇਕੋ ਟਰਾਂਸਪੋਰਟ ਕੰਪਨੀ। ਔਰ ਇਕੋ ਟਰਾਂਸਪੋਰਟ ਕੰਪਨੀ ਦੇ ਓਨਰ ਹੈਰੀ ਢਿੱਲੋਂ ਜੀ ਸਾਡਾ ਸਾਥ ਦੇ ਰਹੇ ਨੇ। ਅੱਜ ਬਹੁਤ ਸਾਰੀਆਂ ਇਹਨਾਂ ਨਾਲ ਗੱਲਾਂ ਸਾਂਝੀਆਂ ਕਰਾਂਗੇ, ਕਿਉਂਕਿ ਟੈਕਸੀ ਜਿਹੜੀ ਇੰਡਸਟਰੀ ਹੈ, ਕੈਬ ਇੰਡਸਟਰੀ ਜਿਹੜੀ ਹੈ, ਲਗਾਤਾਰ ਬੂਮ ਕਰ ਰਹੀ ਹੈ ਅਮਰੀਕਾ ਵਿੱਚ। ਔਰ ਲੋਕ ਜਦੋਂ ਇੱਥੇ ਆਉਂਦੇ ਨੇ ਔਰ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ ਤਾਂ ਇੱਕ ਐਸਾ ਪ੍ਰੋਫੈਸ਼ਨ ਹੈ ਕੈਬ ਦਾ ਜਿਸ ਵਿੱਚ ਜਾਣਾ ਵੀ ਬਹੁਤ ਸੌਖਾ ਹੈਗਾ, ਪਰ ਉਸਦੇ ਆਪਣੇ ਬਹੁਤ ਸਾਰੇ ਨੋਰਮਸ ਨੇ। ਜੇਕਰ ਤੁਸੀਂ ਉਸ ਨੋਰਮਸ ਨੂੰ ਫੋਲੋ ਕਰਦੇ ਹੋ ਤਾਂ ਹੀ ਤੁਸੀਂ ਆਪਣੀ ਇੱਕ ਚੰਗੀ ਦਿਸ਼ਾ ਵਿੱਚ ਜਾ ਸਕਦੇ ਹੋ ਔਰ ਚੰਗਾ ਪੈਸਾ ਵੀ ਕਮਾ ਸਕਦੇ ਹੋ, ਆਪਣੀ ਕੰਪਨੀ ਖੜੀ ਕਰ ਸਕਦੇ ਹੋ। ਪਰ ਕਿਹੜੇ ਤਰੀਕੇ ਨੇ, ਕਿਹੜੀ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ ਔਰ ਕਿਹੜੀਆਂ ਸਾਨੂੰ ਚੀਜ਼ਾਂ ਅਪਣਾਉਣੀਆਂ ਚਾਹੀਦੀਆਂ ਨੇ ਇਸ ਟਰਾਂਸਪੋਰਟ ਇੰਡਸਟਰੀ ਵਿੱਚ ਆਉਣ ਦੇ ਲਈ, ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਅੱਜ ਮੇਰਾ ਸਾਥ ਦੇ ਰਹੇ ਨੇ ਹੈਰੀ ਢਿੱਲੋਂ ਸਾਹਿਬ। ਹੈਰੀ ਸਾਹਿਬ, ਜ਼ਰੂਰ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਕਿ ਟਰਾਂਸਪੋਰਟ ਇੰਡਸਟਰੀ ਵਿੱਚ ਕਿਸ ਤਰ੍ਹਾਂ ਦਾ ਬੂਮ ਇਸ ਸਮੇਂ ਹੈਗਾ, ਕਿਸ ਤਰ੍ਹਾਂ ਦੀਆਂ ਪਾਲਿਸੀਜ਼ ਹੈਗੀਆਂ ਨੇ, ਸਾਨੂੰ ਕਿਸ ਤਰ੍ਹਾਂ ਦਿਸ਼ਾ ਨਿਰਦੇਸ਼ ਜਿਹੜੇ ਨੇ ਫੋਲੋ ਕਰਨੇ ਚਾਹੀਦੇ ਨੇ। ਪਰ ਜ਼ਰੂਰ ਤੁਹਾਡਾ ਪਿਛੋਕੜ ਵੀ ਅਸੀਂ ਜਾਣਨਾ ਚਾਹਾਂਗੇ, ਕਿਉਂਕਿ ਜਦ ਤੱਕ ਤੁਹਾਡਾ ਸਾਨੂੰ ਪਿਛੋਕੜ ਨਹੀਂ ਪਤਾ ਚੱਲੇਗਾ ਸਾਡੇ ਦਰਸ਼ਕ ਤੁਹਾਡੇ ਨਾਲ ਕਨੈਕਟ ਨਹੀਂ ਕਰ ਪਾਉਣਗੇ। ਸੋ ਮੈਨੂੰ ਜ਼ਰੂਰ ਤੁਸੀਂ ਦੱਸੋ ਕਿ ਅਮਰੀਕਾ ਵਿੱਚ ਕਦੋਂ ਤੁਸੀਂ ਆਏ, ਇੰਡੀਆ ਤੋਂ ਕਿੱਥੋਂ ਬਿਲੋਂਗ ਕਰਦੇ ਹੋ, ਕੀ ਫੈਮਿਲੀ ਹੈ, ਥੋੜ੍ਹਾ ਜ਼ਰੂਰ ਸਾਨੂੰ ਦੱਸੋ। ਜੀ ਜ਼ਰੂਰ। ਮੇਰਾ ਜਨਮ ਹੋਇਆ ਜੀ ਕੈਲਕਟਾ ਵੈਸਟ ਬੰਗਾਲ ਤੇ ਮੈਂ US ਆਇਆ 2000 ਅਗਸਤ ਦੇ ਵਿੱਚ ਆਇਆ ਜੀ। ਮਾਈ ਫਾਦਰ ਪਾਸਡ ਅਵੇ ਜਦੋਂ ਮੈਂ ਵੈਰੀ ਯੰਗ ਏਜ 3 ਸਾਲਾਂ ਦਾ ਸੀਗਾ ਇਨ ਕੈਲਕਟਾ। ਤੇ ਮੇਰੇ 2 ਸਿਸਟਰਸ, ਮਾਈ ਮਮ, ਅਸੀਂ ਇੱਥੇ ਆਏ ਇਨ ਅਗਸਤ। ਸਾਡੇ ਮਾਮਾ ਜੀ ਹੁਣੀ ਇੱਥੇ ਕਾਫੀ ਚਿਰਾਂ ਤੋਂ ਰਹਿੰਦੇ ਨੇ ਫਰੋਮ 80s ਜੀ, ਐਂਡ ਥਰੂ देयर ਸਪਾਂਸਰਸ਼ਿਪ ਐਂਡ ਥਰੂ देयर ਗਾਈਡੈਂਸ ਇਜ਼ ਹਾਊ ਅਸੀਂ ਇੱਥੇ ਪਹੁੰਚੇ। ਐਂਡ ਦੈਨ that's how we got here, yeah. ਜੀ, ਪਰ ਇੱਥੇ ਆ ਕੇ ਕਿਸ ਤਰ੍ਹਾਂ ਦੀ ਲਾਈਫ ਸਟਾਈਲ ਦਿਖੀ, ਕਿਉਂਕਿ ਇੰਡੀਆ ਦਾ ਲਾਈਫ ਸਰਕਲ ਔਰ ਇੱਥੋਂ ਦਾ ਲਾਈਫ ਸਰਕਲ 'ਚ ਦਿਨ ਰਾਤ ਦਾ ਫਰਕ ਹੈ। ਜ਼ਰੂਰ। ਸੋ ਆਪਣੇ ਆਪ ਨੂੰ ਕਿਸ ਤਰ੍ਹਾਂ ਢਾਲਿਆ ਇੱਥੇ? ਸੋ ਜੀ, ਜਿੱਥੋਂ ਮੈਂ ਬਿਲੋਂਗ ਕਰਦਾ ਕੈਲਕਟਾ ਤੋਂ, ਬਹੁਤ ਹੀ ਛੋਟੀ ਜਿਹੀ ਗਲੀ, ਉਹਨੂੰ ਬਾਗਮਰੀ ਕਹਿੰਦੇ ਨੇ ਜੀ। ਤੇ ਉੱਥੋਂ ਆ ਕੇ ਜਦੋਂ ਸੈਨ ਫਰਾਂਸਿਸਕੋ ਤੇ ਲੈਂਡ ਕਰਨਾ, ਪਹਿਲੀ ਗੱਲ ਤਾਂ ਜੀ ਪਲੇਨ ਦੇ ਵਿੱਚ ਜਦੋਂ ਬਹਿਣਾ ਹੀ ਇੱਕ ਇਟਸ ਅ ਮਿਰੇਕਲ ਕਾਈਂਡ ਆਫ ਅ ਥਿੰਗ। ਬਹੁਤ ਹੀ ਮੁਸ਼ਕਿਲ ਬਿਲੀਵ ਕਰਨਾ ਹੁੰਦਾ ਸੀਗਾ ਕਿ ਜਦੋਂ ਸਕੂਲ ਜਾਣ ਲਈ ਤੁਰ ਕੇ ਜਾਣਾ, ਬੱਸ ਦੇ ਪੈਸੇ ਨਹੀਂ ਹੋਣੇ, ਟੂ ਸਿਟ ਇਨ ਦ ਪਲੇਨ ਤੇ ਅਮਰੀਕਾ ਲੈਂਡ ਕਰਨਾ, ਸੈਨ ਫਰਾਂਸਿਸਕੋ ਲੈਂਡ ਕਰਨਾ। ਐਂਡ ਦੈਨ ਸੈਨ ਫਰਾਂਸਿਸਕੋ ਜਦੋਂ ਬਾਹਰ ਆਏ ਦੇਖਿਆ ਕਿੰਨਾ ਵੱਡਾ ਸ਼ਹਿਰ ਕੰਪੇਅਰਿੰਗ ਟੂ ਜਿੱਥੇ ਅਸੀਂ ਰਹਿੰਦੇ ਸੀਗੇ। ਸੋ ਇੱਕ ਸਵਰਗ ਜਿਹਾ ਲੱਗਿਆ ਹੈ ਨਾ ਜੀ। ਤੇ ਸ਼ੁਰੂਆਤ ਹੋਈ ਜੀ ਮਾਮਾ ਜੀ ਉਹਨਾਂ ਦੇ ਸਟੋਰ ਸੀਗੇ, ਕਨਵੀਨੀਅੰਸ ਸਟੋਰਸ ਤੋਂ। ਸੋ ਜੋ ਜ਼ਿਆਦਾ ਜਾਣਿਆ, ਜੋ ਸਮਝਿਆ, ਸਟੋਰਾਂ ਤੋਂ ਹੀ ਸਮਝਿਆ। ਕਸਟਮਰ ਜਿਹੜੇ ਆਉਂਦੇ ਸੀਗੇ, ਈਵਨ ਅਸੀਂ ਹੋਮਲੈਸ ਜਦੋਂ ਆਉਂਦੇ ਸੀਗੇ ਉਹਨਾਂ ਨੂੰ ਵੀ ਸਰ ਮੈਡਮ ਕਰਕੇ ਗੱਲ ਕਰਨੀ, ਕਿਉਂਕਿ ਸਾਡੇ ਲਈ ਤਾਂ ਜਿਹੜਾ ਗੋਰਾ ਆ ਦੇਖਣ ਨੂੰ ਸਾਡੇ ਵਰਗਾ ਨਹੀਂ ਆ, ਉਹ ਅਮਰੀਕਨ ਆ ਇਸ ਟਾਈਮ। ਉਦੋਂ ਤਾਂ ਇਹੀ ਸੀਗਾ, ਭਾਵੇਂ ਉਹ ਕਾਲਾ ਆ ਜਾਵੇ ਜੀ, ਭਾਵੇਂ ਉਹ ਕੋਈ ਹੋਮਲੈਸ ਹੋਵੇ, ਭਾਵੇਂ ਉਹਨੇ ਪੈਸੇ ਇਕੱਠੇ ਕਰਕੇ ਸਿੱਟੇ ਨੇ, ਭਾਵੇਂ ਉਹ ਅੰਗਰੇਜ਼ੀ ਉਨੀ ਕੇ ਆਉਂਦੀ ਹੁੰਦੀ ਸੀ, ਅਗਲੇ ਨੇ ਕਹਿਣਾ ਗਿਵ ਮੀ ਸਮ ਮਾਰਲਬੋ ਲਾਈਟ, ਤੇ ਅਸੀਂ ਘੁੰਮ ਕੇ ਹੱਸਣ ਲੱਗ ਪੈਣਾ, ਪਤਾ ਨਹੀਂ ਕੀ ਮੰਗਿਆ ਹੋਇਆ। ਇਸ਼ਾਰਿਆਂ ਨਾਲ ਉਹਨਾਂ ਨੇ ਸਮਝਾਉਣਾ ਕਿ ਆਹ ਵਾਲੀ ਚੀਜ਼ ਚਾਹੀਦੀ ਆ। ਬਟ ਐਵਰੀ ਡੇ ਕੁਛ ਨਾ ਕੁਛ ਸਿੱਖਣ ਤੋਂ ਮਿਲਦਾ ਸੀ। ਮਾਮਾ ਜੀ ਉਹਨਾਂ ਨੇ ਹਾਰਡ ਵਰਕ ਸਿਖਾਇਆ, ਕਸਟਮਰਾਂ ਤੋਂ ਬਹੁਤ ਕੁਝ ਸਿੱਖਿਆ।
ਮਿਹਨਤ ਦਿਲ ਲਾ ਕੇ ਕੋਈ ਵੀ ਕੰਮ ਕਰੋ ਉਹਦੇ ਵਿੱਚ ਬਰਕਤ ਪੈਂਦੀ ਆ। ਇਸ ਚੀਜ਼ ਨੂੰ ਅੰਡਰਸਟੈਂਡ ਕਰਨ ਲਈ ਮਾਮਾ ਜੀ ਨੇ ਜੋ ਗਾਈਡੈਂਸ ਦਿੱਤੀ ਉਹਦਾ ਇਜ਼ ਵਾਟ ਆਈ ਥਿੰਕ ਵੈਲਿਊ ਜਿਹੜੀ ਆ ਉਹਦੀ ਇਜ਼ ਵਾਟ ਵੀ ਹੈਵ ਟੁਡੇ। ਬਿਲਕੁਲ, ਜਦੋਂ ਅਸੀਂ ਹਰ ਰੋਜ਼ ਕੁਛ ਨਾ ਕੁਛ ਨਵਾਂ ਕਰਦੇ ਹਾਂ ਤਾਂ ਅਸੀਂ ਕੁਛ ਨਾ ਕੁਛ ਹਰ ਰੋਜ਼ ਨਵਾਂ ਸਿੱਖਦੇ ਵੀ ਹਾਂ। ਤੁਸੀਂ ਬਹੁਤ ਸੋਹਣੀ ਪੰਜਾਬੀ ਵੀ ਬੋਲ ਰਹੇ ਹੋ, ਪੰਜਾਬੀ ਘਰ ਵਿੱਚ ਪੰਜਾਬੀ ਬੋਲਦੇ ਸੀ, ਇਸ ਕਰਕੇ ਪੰਜਾਬੀ ਆਈ ਜਾਂ ਕੁਛ ਹੋਰ ਕਾਰਨ ਸੀ? ਨਹੀਂ, ਸੋ ਜਦੋਂ ਮੈਂ ਕਲਕੱਤੇ ਤੋਂ ਆਇਆ ਜੀ, ਕਲਕੱਤੇ ਤੇ ਤਾਂ ਮੇਰੀ ਪੰਜਾਬੀ ਮੇਰਾ ਸਵਾਲ ਸੀਗਾ ਕਿਉਂਕਿ ਕਲਕੱਤੇ ਦੀ ਤੁਹਾਡੀ ਤੁਸੀਂ ਇੱਥੇ ਜਿਹੜੇ ਸਰਕਲ ਬਣਿਆ ਮੇਰਾ, ਇੱਕ ਤਾਂ ਮੇਰੇ ਮਾਮਾ ਜੀ ਹੁਣੀ ਬਹੁਤ ਹੀ ਫਰਮ ਪੰਜਾਬ ਐਂਡ ਦੇ ਸਪੀਕ ਪੂਰੀ ਪੰਜਾਬੀ ਬੋਲਦੇ ਨੇ, ਉਹਨਾਂ ਦੇ ਨਾਲ ਰਹਿਣਾ, ਫਿਰ ਆਸ-ਪਾਸ ਦਾ ਜਿਹੜਾ ਸਰਕਲ ਬਣਿਆ, ਈਵਨ ਭਾਜੀ ਹੁਣੀ ਮੇਰੇ ਜੀਜਾ ਜੀ ਹੁਣੀ ਹੁਣ ਨਾਲ ਰਹਿੰਦੇ ਨੇ, ਉਸ ਕਰਕੇ ਮੰਮੀ ਇੰਗਲਿਸ਼ ਬੋਲਦੇ ਨਹੀਂ ਬਾਹਲਾ, ਤੇ ਬਸ ਉਸ ਕਰਕੇ ਫਿਰ ਪੰਜਾਬੀ ਕੰਟੀਨਿਊ ਰੱਖੀ ਆ। ਕਿਆ ਬਾਤ ਹੈ, ਬਹੁਤ ਵਧੀਆ ਗੱਲ ਹੈ ਕਿ ਤੁਸੀਂ ਪੰਜਾਬੀ ਨੂੰ ਜਿਹੜਾ ਆਪਣੇ ਘਰ ਵਿੱਚ ਜ਼ਿੰਦਾ ਰੱਖਿਆ ਹੋਇਆ। ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿਉਂਕਿ ਟਰਾਂਸਪੋਰਟ ਇੰਡਸਟਰੀ ਵਿੱਚ ਅੱਜ ਤੁਸੀਂ ਅਮਰੀਕਾ ਨੂੰ ਸਰਵ ਕਰ ਰਹੇ ਹੋ, ਟਰਾਂਸਪੋਰਟ ਇੰਡਸਟਰੀ ਵਿੱਚ ਕਿਵੇਂ ਆਏ? ਤੁਸੀਂ ਜਿਵੇਂ ਕਿਹਾ ਕਿ ਤੁਸੀਂ ਸਟੋਰ 'ਤੇ ਵੀ ਕੰਮ ਕੀਤਾ ਹੈ ਔਰ ਤੁਸੀਂ ਆਈ ਥਿੰਕ ਮੈਨੂੰ ਲੱਗਦਾ ਕਿ ਰੀਅਲ ਏਸਟੇਟ ਵਿੱਚ ਵੀ ਰਹੇ ਹੋ ਜੀ। ਉਸ ਤੋਂ ਬਾਅਦ ਸਟੋਰਸ ਨੂੰ ਛੱਡ ਕੇ, ਰੀਅਲ ਏਸਟੇਟ ਨੂੰ ਛੱਡ ਕੇ ਅੱਜ ਤੁਸੀਂ ਇੱਕ ਬਿਜ਼ਨਸ ਟਾਈਕੂਨ ਹੋ ਲੀਮੋ ਇੰਡਸਟਰੀ ਦੇ, ਇਹ ਕਿਵੇਂ ਆਏ? ਸੋ ਇਹ ਜੀ ਕਿਸਮਤ ਦੀਆਂ ਖੇਡਾਂ ਮੈਂ ਕਹੂੰਗਾ। ਤੇ ਲਿਕਰ ਸਟੋਰ ਤੋਂ ਅਨਫੋਰਸੀਨ ਸਰਕਮਸਟੈਂਸਸ ਹੋਏ ਵੇਅਰ for some legal reason ਮੈਨੂੰ ਲਿਕਰ ਸਟੋਰ ਤੇ ਆਈ ਕੁਡਨਟ ਕੰਟੀਨਿਊ। ਉਸ ਤੋਂ ਬਾਅਦ ਫॉर ਉਹੀ ਸੇਮ ਰੀਜ਼ਨ ਕਰਕੇ ਮੈਂ ਰੀਅਲ ਸਟੇਟ ਤੇ ਨਹੀਂ ਕੰਟੀਨਿਊ ਕਰ ਸਕਿਆ ਕਿਉਂਕਿ ਤੁਹਾਨੂੰ ਕੋਈ ਵੀ ਲਾਇਸੈਂਸ ਲੈਣ ਲਈ ਤੁਹਾਡਾ ਬੈਕਗ੍ਰਾਉਂਡ ਜਿਹੜਾ ਹੁੰਦਾ ਉਹ ਕਲੀਅਰ ਹੋਣਾ ਬਹੁਤ ਜ਼ਰੂਰੀ ਆ ਜੀ। ਸੋ ਅਨਫੋਰਚੂਨੇਟਲੀ ਜਿਹੜਾ ਲਿਕਰ ਸਟੋਰ ਤੇ ਇਨਸੀਡੈਂਟ ਹੋਇਆ ਸੀ ਵਿਦ ਸੈਨ ਹੋਜ਼ੇ ਪੀਡੀ, ਉਹਦੇ ਕਰਕੇ ਮੇਰਾ ਰੀਅਲ ਸਟੇਟ ਲਾਇਸੈਂਸ ਵੀ ਨਹੀਂ ਕੰਪਲੀਟ ਹੋ ਸਕਿਆ ਕਿਉਂਕਿ ਬਹੁਤ ਹੀ ਕਲੋਜ਼ ਸੀਗੇ ਇੱਕ ਦੂਜੇ ਨਾਲ ਜੀ। ਉਹ ਜਿਹੜੀ ਇਨਸੀਡੈਂਟ ਸੀਗਾ ਉਹਨੂੰ ਕਲੀਅਰ ਕਰਨ ਨੂੰ ਮੈਨੂੰ 3 ਸਾਲ ਲੱਗਣੇ ਸੀਗੇ। ਸੋ ਜਦੋਂ ਉਸ 3 ਸਾਲ ਲਈ ਮੈਨੂੰ ਕੁਛ ਨਾ ਕੁਛ ਤਾਂ ਕਰਨਾ ਪੈਣਾ ਸੀਗਾ ਤੇ ਇੱਕ ਹੀ ਚੀਜ਼ ਬਚੀ ਸੀਗੀ ਕਿ ਡਰਾਈਵਿੰਗ ਐਜ਼ ਅ ਟੈਕਸੀ ਡਰਾਈਵਰ ਔਰ ਅ ਸ਼ਟਲ ਡਰਾਈਵਰ ਔਰ ਸਮਥਿੰਗ ਲਾਈਕ that। ਮੈਨੂੰ ਲਿਮੋਜ਼ੀਨ ਇੰਡਸਟਰੀ ਐਗਜ਼ਿਸਟ ਕਰਦੀ ਆ, ਮੈਨੂੰ 2007 ਤੋਂ ਪਹਿਲਾਂ ਪਤਾ ਵੀ ਨਹੀਂ ਸੀ। ਮੈਨੂੰ ਇਹੀ ਸੀਗਾ ਕਿ ਟੈਕਸੀ ਹੁੰਦੀ ਹੈ ਬਸ। ਬਟ ਜਦੋਂ ਮੈਂ ਹੁਣ ਸ਼ੁਰੂ ਕੀਤੀ, ਜਦੋਂ ਐਜ਼ ਅ ਡਰਾਈਵਰ ਹਾਇਰ ਹੋਇਆ ਪਹਿਲੀ ਕੰਪਨੀ ਤੇ, ਜਦੋਂ ਉਹਨਾਂ ਨੇ ਸਮਝਾਇਆ ਕਿ ਕੀ ਚੀਜ਼ ਆ ਇਹ, ਕਿ ਆਪਾਂ ਕਿਹੜੇ ਵੀ ਕੇਟਰ ਟੂ ਵੈਰੀ ਸਪੈਸੀਫਿਕ ਨੀਚ ਕਲਾਇੰਟੇਲ, ਸੀ ਲੈਵਲ ਐਗਜ਼ੀਕਿਊਟਿਵ ਹੁੰਦੇ ਆ ਸਾਰੇ, ਬਲੂ ਕਾਲਰ ਜੌਬਸ ਕਾਈਂਡ ਆਫ ਪੀਪਲ that we pick people that run the companies, run the world. Google the CEO ਲਾ ਲਓ, celebrities ਲਾ ਲਓ, Hollywood, Bollywood, we have picked everybody. So ਇਹਨਾਂ ਨੂੰ ਕੇਟਰ ਕਰਨ ਲਈ ਤੁਹਾਨੂੰ ਇੱਕ ਡਿਫਰੈਂਟ ਕਾਈਂਡ ਆਫ ਸਰਵਿਸ ਇਜ਼ ਰਿਕੁਆਇਰਡ। ਸੋ ਜਦੋਂ ਮੈਂ ਸ਼ੁਰੂਆਤ ਕੀਤੀ ਸੀਗੀ ਉਹੀ ਆਪਾਂ ਦੇਸੀ ਵਰਗਾ ਕੰਮ ਟੈਕਸੀ ਦਾ ਜਿੱਦਾਂ ਚਲਾਈਦਾ ਆ, ਉਸ ਚੀਜ਼ ਕਰਕੇ ਬਹੁਤ ਸਟਰਗਲ ਹੋਈ। ਤੇ ਤੁਸੀਂ ਜਦੋਂ 5 ਸਟਾਰ ਕਿਸੇ ਹੋਟਲ ਤੇ ਰਹੇ ਨਾ ਹੋ, ਤੁਹਾਨੂੰ ਕਿੰਨਾ ਐਕਸਪੀਰੀਅੰਸ ਹੋਊਗਾ ਕਿ 5 ਸਟਾਰ ਤੇ ਹੁੰਦਾ ਕੀ ਆ, ਰਾਈਟ? ਸੋ ਉਸ ਚੀਜ਼ ਨੂੰ ਜਿਹੜੀ ਸਮਝਣ ਨੂੰ ਜਦੋਂ ਸਮਝ ਆ ਗਈ, ਐਂਡ ਦੈਟਸ ਵਾਸ ਦ ਗੇਮ ਚੇਂਜਰ। ਐਂਡ ਦੈਨ ਫਿਰ ਤੁਸੀਂ ਆਪਣਾ ਇਨੋਵੇਟ ਕਰਦੇ ਹੋ ਚੀਜ਼ਾਂ ਨੂੰ, ਆਪਣੀ ਥੋੜ੍ਹੀ ਟਵੀਕਿੰਗ ਲਿਆਉਂਦੇ ਹੋ, ਐਂਡ ਦੈਨ ਕੰਸਿਸਟੈਂਸੀ ਮੈਟਰਸ। ਤੁਸੀਂ ਸਟਾਰਟ ਕਰਨੀ ਇਜ਼ ਸਮਥਿੰਗ ਦੈਟ ਐਵਰੀਬਡੀ ਕੈਨ ਡੂ। How well you can continue doing it across the globe and across the platform for over a period of time is what I think matters. And मेरा focus वही होता कि consistency रखिए, ਜਿਹੜੀ ਵੀ ਚੀਜ਼ ਤੇ ਰੱਖਣੀ ਹੈ, always under promise, over deliver kind of an attitude, and customer comes first kind of an attitude ਰੱਖਿਆ ਹੋਇਆ ਹੈ। ਬਿਲਕੁਲ, ਮੈਂ ਹਮੇਸ਼ਾ ਕਹਿੰਦਾ ਕਿ ਜਦੋਂ ਕੋਈ ਬਿਜ਼ਨਸ ਸਟਾਰਟ ਕਰਨਾ ਹੁੰਦਾ ਤਾਂ ਉਸ 'ਚ ਸਭ ਤੋਂ ਜਿਹੜਾ ਮੁਸ਼ਕਿਲ ਵਾਲਾ ਹੁੰਦਾ ਨਾ, ਉਹ ਹੁੰਦਾ ਫਰਸਟ ਸਟੈਪ। ਹਾਂਜੀ, ਕਿਉਂਕਿ ਫਰਸਟ ਸਟੈਪ ਤੁਹਾਨੂੰ ਕਈ ਵਾਰੀ ਚੱਕਣ 'ਚ ਸਾਲ ਲੱਗ ਜਾਂਦੇ ਨੇ। ਜ਼ਰੂਰ, ਲੇਕਿਨ ਜਦੋਂ ਫਰਸਟ ਸਟੈਪ ਤੁਸੀਂ ਚੁੱਕ ਲੈਂਦੇ ਹੋ ਤਾਂ ਲੋਕੀ ਤੁਹਾਨੂੰ ਪੁਸ਼ ਕਰਦੇ ਨੇ, ਤੁਸੀਂ ਆਪਣੇ ਆਪ ਨੂੰ ਪੁਸ਼ ਕਰਦੇ ਹੋ ਔਰ ਆਪਣੇ ਆਪ ਨੂੰ ਉਸ ਇੰਡਸਟਰੀ ਦਾ ਇੱਕ ਹਿੱਸਾ ਬਣਾ ਲੈਂਦੇ ਹੋ ਬਹੁਤ ਜਲਦੀ। ਅੱਜ ਦੀ ਜੇਕਰ ਗੱਲ ਕਰੀਏ ਤਾਂ ਟੈਕਸੀ ਇੰਡਸਟਰੀ ਜਿਹੜੀ ਹੈ, ਕੈਬ ਇੰਡਸਟਰੀ ਹੈ, ਕਿਸ ਤਰ੍ਹਾਂ ਬੂਮ ਕਰ ਰਹੀ ਹੈ? ਕਿਉਂਕਿ ਅੱਜ ਕੱਲ੍ਹ ਹਰ ਕੋਈ ਕੈਬ ਇੰਡਸਟਰੀ ਨੂੰ ਬੜਾ ਸੌਖਾ ਪ੍ਰੋਫੈਸ਼ਨ ਸਮਝਦਾ ਹੈ ਔਰ ਇਹ ਸਮਝਦਾ ਕਿ ਅੱਜ ਅਸੀਂ ਜਿਹੜਾ ਹੈਗੇ ਆ ਕਿਤੇ ਨਾ ਕਿਤੇ ਕੋਈ ਸਾਨੂੰ ਕੋਈ ਜੌਬ ਨਹੀਂ ਦੇ ਰਿਹਾ ਤਾਂ ਇਹ ਸਾਡੀ ਆਪਣਾ ਬਿਜ਼ਨਸ ਹੈ, ਸਾਡੀ ਆਪਣੀ ਜੌਬ ਹੈ ਜੀ। ਤੁਸੀਂ ਕੀ ਕਹਿਣਾ ਚਾਹੋਗੇ? ਜੀ ਮੈਂ ਇਹ ਕਹੂੰਗਾ ਕਿ ਤੁਸੀਂ ਜੇ ਇਹ ਹੈ ਬਹੁਤ ਸੌਖਾ ਹੈ। ਇੱਕ ਤਾਂ ਟੈਕਸੀ ਤੇ ਲਿਮੋਜ਼ੀਨ ਤੇ ਬਹੁਤ ਫਰਕ ਆ ਜੀ। ਤੇ ਟੈਕਸੀ ਇੰਡਸਟਰੀ ਜਿਹੜੀ ਆ ਉਹ ਇਸ ਟਾਈਮ ਬੂਮ ਨਹੀਂ ਕਰ ਰਹੀ ਕਿਉਂਕਿ ਉਹਨਾਂ ਊਬਰ ਨੇ ਜਿਹੜੀ ਆ ਐਪ ਬੇਸਡ ਕੰਪਨੀਆਂ ਆ, ਇਹਨਾਂ ਨੇ ਬਹੁਤ ਉਹਨਾਂ ਨੂੰ ਝਟਕਾ ਦਿੱਤਾ। ਆਈ ਮੀਨ ਤੁਸੀਂ ਅੱਜ ਜਦੋਂ ਤੁਹਾਨੂੰ ਗੱਡੀ ਚਾਹੀਦੀ ਆ, ਤੁਸੀਂ ਊਬਰ ਦਾ ਐਪ ਖੋਲ੍ਹਦੇ ਹੋ, ਲਿਫਟ ਦਾ ਐਪ ਖੋਲ੍ਹਦੇ ਹੋ, ਤੁਹਾਨੂੰ ਇੰਸਟੈਂਟਲੀ ਤੁਹਾਨੂੰ ਪਤਾ ਹੁੰਦਾ ਕਦੋਂ ਮੇਰੇ ਡਰਾਈਵਰ ਨੇ ਆਉਣਾ, ਕਿਹੜਾ ਮੇਰਾ ਡਰਾਈਵਰ ਆ, ਕਿਹੜਾ ਮੇਰਾ ਪਲੇਟ ਆ। ਤੁਸੀਂ ਟੈਕਸੀ ਨੂੰ ਪਹਿਲੇ ਤਾਂ ਤੁਹਾਨੂੰ ਫੋਨ ਕਰਨਾ ਪੈਂਦਾ, ਬੰਦਾ ਚੱਕੂ ਨਹੀਂ ਚੱਕੂ, ਐਂਡ ਥਿੰਗਸ ਲਾਈਕ ਦੈਟ। ਤਾਂ ਇਸ ਲਈ ਟੈਕਸੀ ਹੈ ਦਾ ਬਿਜ਼ਨਸ ਜਿਹੜਾ ਹੈ ਬਹੁਤ ਸਫਰ ਕੀਤਾ ਹੈ ਪਿਛਲੇ 5-7 ਸਾਲਾਂ ਤੋਂ। ਬਟ ਕੀ ਹੋਇਆ, ਸਾਰੇ ਊਬਰ ਵੱਲ ਦੌੜ ਗਏ ਆ ਤੇ ਜਿਹੜੀ ਪ੍ਰੀਮੀਅਮ ਸਰਵਿਸ ਆ
ਉਹਦਾ ਬਹੁਤ ਤੇ ਹਿਊਮਨ ਟੱਚ ਜਿਹੜਾ ਰਹਿ ਗਿਆ, ਜਿਹੜਾ ਕਿ ਉਹ ਕੇਅਰ ਐਂਡ ਡਿਊਟੀ ਆਫ ਕੇਅਰ ਉਹ ਮਿਸਿੰਗ ਹੋ ਗਿਆ ਐਸਪੈਕਟ ਤੇ, ਕਿਉਂਕਿ ਸਾਰੇ ਦੌੜ ਤੇ ਪੈ ਗਏ ਕਿ ਊਬਰ ਵਾਲੇ ਕਿ ਜਿੰਨੀਆਂ ਜ਼ਿਆਦਾ ਜੌਬਾਂ ਲਾਓਗੇ ਉਨੇ ਜ਼ਿਆਦਾ ਪੈਸੇ ਬਣੋਗੇ। ਤਾਂ ਉਹ ਜਿਹੜੀ ਭੁੱਖ ਸੀਗੀ ਉਹੀ ਲਿਮੋ ਇੰਡਸਟਰੀ ਪੂਰੀ ਕਰਦੀ ਆ, ਉਹ ਕਸਟਮਰ ਸਰਵਿਸ ਦੀ ਭੁੱਖ, ਜਿਹੜੇ ਕਿ ਬੇਸਿਕਲੀ 에ਅਰਲਾਈਨ ਦੇ ਫਰਸਟ ਕਲਾਸ ਤੇ ਬਿਜ਼ਨਸ ਕਲਾਸ ਪੈਸੇਂਜਰ ਆ, ਉਹੀ ਸਾਡੇ ਪੈਸੇਂਜਰਸ ਨੇ। ਤੇ ਜੇ ਤੁਸੀਂ ਲੀਮੋ ਦੀ ਗੱਲ ਕਰਦੇ ਹੋ ਔਰ ਇੱਕ ਟੈਕਸੀ ਦੀ ਗੱਲ ਕਰਦੇ ਹੋ ਤਾਂ ਰੇਟ ਦਾ ਜ਼ਮੀਨ ਅਸਮਾਨ ਦਾ ਫਰਕ ਹੈ, ਜਿਵੇਂ ਤੁਸੀਂ ਕਿਹਾ ਫਰਸਟ ਕਲਾਸ ਔਰ ਬਿਜ਼ਨਸ ਕਲਾਸ। ਹਾਂਜੀ ਡੈਫੀਨਿਟਲੀ ਇਹ ਫਰਕ ਆ। ਤੇ ਇਹਨੂੰ ਸ਼ੁਰੂ ਕਰਨਾ ਤਾਂ ਬਹੁਤ ਸੌਖਾ, ਕਿਉਂਕਿ ਤੁਹਾਨੂੰ ਕਾਸਟ ਜ਼ਿਆਦਾ, ਇੱਕ ਗੱਡੀ ਲੈਣੀ ਹੁੰਦੀ ਆ, ਤੁਹਾਡੇ ਕੋਲ ਪਰਸਨਲ ਗੱਡੀ ਵੀ, ਇਹਦੇ ਵੀ ਖਰਚੇ ਹੁੰਦੇ ਆ। ਤੁਸੀਂ ਕਹਿੰਦੇ ਚਲੋ ਜੀ ਮੈਂ ਇੱਕ ਗੱਡੀ ਲੈ ਲਈ, ਪਰਮਿਟ ਲੈਣਾ 1500-2000 ਦਾ ਖਰਚਾ ਆ ਜੀ। ਤੁਸੀਂ ਇੱਕ ਗੱਡੀ ਤੱਕ ਤਾਂ ਸੈਲਫ ਇੰਪਲੋਇਡ ਬਣਨਾ ਸੌਖਾ ਹੈ ਇਹਦੇ ਵਿੱਚ, ਬਟ ਇਹਨੂੰ ਬਿਜ਼ਨਸ ਗਰੋ ਕਰਨਾ ਉਹ ਬਹੁਤ ਹੀ ਘੱਟ ਕੰਪਨੀਆਂ, ਤੁਸੀਂ ਦੇਖਿਆ ਜਾਵੇ 95% ਆਫ ਦ ਕੰਪਨੀਜ਼ ਆਰ ਲੈਸ ਦੈਨ 5 ਕਾਰਸ। ਯੂਨਾਈਟਿਡ ਸਟੇਟਸ ਤੇ ਜੇ ਸਰਵੇ ਕੀਤਾ ਜਾਵੇ ਤਾਂ 95% ਆਫ ਦ ਕੰਪਨੀਆਂ 5 ਤੋਂ ਘੱਟ ਗੱਡੀਆਂ ਤੇ ਹੈ, ਕਿਉਂਕਿ ਉਹੀ ਹੁੰਦਾ ਕਿ ਸਟਾਰਟ ਤਾਂ ਕਰ ਲਿਆ, ਵਾਟਸ ਨੈਕਸਟ? Or nextly, you have to keep learning, you have to keep educating yourself, you have to keep thinking outside the box, you know, you have to make somebody a role model। ਤੁਹਾਨੂੰ ਦੇਖਣਾ ਪੈਣਾ ਕਿ ਜੇ ਫਲਾਨੀ ਕੰਪਨੀ ਨੇ ਅੱਜ ਤੋਂ 20 ਸਾਲ ਪਹਿਲਾਂ ਸ਼ੁਰੂ ਕਰਕੇ ਅੱਜ ਇੱਥੇ ਪਹੁੰਚੇ ਹੈ ਤਾਂ ਉਹ ਕਿਹੜੇ ਸਟੈਪਸ ਲਏ ਹੋਗੇ, ਉਹ ਅੱਜ ਉਹ ਜੇ ਸਟੈਪਸ ਜੇ ਮੈਂ ਅੱਜ ਲੈ ਸਕਦਾ ਹਾਂ ਕੀ ਲੈ ਸਕਦਾ। ਮੇਬੀ ਆਈ ਕੈਨ ਨਾਟ ਡੂ 100% ਆਫ ਵਾਟ ਹੀ ਡਿਡ, ਬਟ ਐਟਲੀਸਟ ਆਈ ਕੈਨ ਅੰਡਰਸਟੈਂਡ ਕਿ ਉਹਨੇ ਕੀ ਕੀਤਾ ਹੋਊਗਾ ਉਸ ਟਾਈਮ ਤੇ। ਸੋ ਮੈਂ ਹਮੇਸ਼ਾ ਕਿਸੇ ਨੂੰ ਆਪਣਾ, ਮੈਂ ਤੁਹਾਨੂੰ ਜਦੋਂ ਦੱਸਿਆ ਕਿ ਇੱਕ ਆਲੂ ਵਾਲੀਆ ਸੀਗਾ, ਮਨੀਸ਼ ਆਲੂ ਵਾਲੀਆ, ਜਿਨ੍ਹਾਂ ਦੀ ਮੈਂ ਕੰਪਨੀ ਬਾਏ ਕੀਤੀ, ਮੈਂ ਉਹਨੂੰ ਲਿਮੋ ਇੰਡਸਟਰੀ ਤੇ ਲੋਕਲੀ ਮੈਂ ਉਹਨੂੰ ਰੋਲ ਮਾਡਲ ਮੰਨਦਾ ਹੁੰਦਾ ਸੀ। ਜਿਹੜੀ ਕੰਪਨੀਆਂ ਤੋਂ ਮੈਂ ਕੰਮ ਲੈਂਦਾ ਹੁੰਦਾ ਸੀ, ਮੈਂ ਕਹਿੰਦਾ ਸੀ ਮੈਂ ਇੱਦਾਂ ਦੀ ਕੰਪਨੀ ਬਣਨਾ ਕਿ ਮੈਂ ਕੰਮ ਦੇਵਾਂ। ਸੋ ਉਹ ਭੁੱਖ ਦੇ ਨਾਲ ਤੁਸੀਂ ਰਾਹ ਆਪਣੇ ਆਪ ਹੀ ਬਣਦੇ ਰਹਿੰਦੇ ਨੇ, ਤੁਰੀ ਜਾਓ। ਬਟ ਤੁਸੀਂ ਜੇ ਡਰ ਜੂਗੇ ਨਾ ਕਿ ਹੁਣ ਗੱਡੀ ਲੈ ਲਈ ਕੀ ਹੋਊਗਾ, ਆਫ ਕੋਰਸ ਜੇ ਲਾਈਫ ਸਿੱਧੀ ਜਾਵੇ, ਸਿੰਪਲ ਹੋਵੇ, ਫਿਰ ਤਾਂ ਗੇਮ ਹੀ ਹੈ। ਯੂ ਹੈਵ ਟੂ ਐਕਸੈਪਟ ਇਟਸ ਅ ਰੋਲਰ ਕੋਸਟਰ, ਉੱਪਰ ਨੀਚੇ ਤਾਂ ਹੋਣਾ ਹੀ ਆ, ਯੂ ਜਸਟ ਗੋ ਵਿਦ ਦ ਫਲੋ। ਸੋ ਆਈ ਡੋਂਟ ਹੈਜ਼ਿਟੇਟ ਟੂ ਟੇਕ ਰਿਸਕ। ਹੁਣ ਉਮਰ ਹੁੰਦੀ ਹੈ ਤਾਂ ਥੋੜਾ ਘੱਟ ਮੈਂ ਸੋਚ, ਕਿਉਂਕਿ ਮੈਰਿਡ ਆ, ਯੂ ਹੈਵ ਯੂ ਕਿਡਸ ਐਂਡ ਫੈਮਿਲੀਜ਼ ਰਿਲਾਈਂਗ ਔਨ ਯੂ। ਬਿਲਕੁਲ ਨੈਚੁਰਲ ਗੱਲ ਹੈ। ਤੁਸੀਂ ਕੈਲੀਫੋਰਨੀਆ ਲਿਮੋਜ਼ਨ ਇੰਡਸਟਰੀ ਜਿਹੜੇ ਐਸੋਸੀਏਸ਼ਨ ਜਿਹੜੀ ਹੈਗੀ ਉਹਦੇ ਤੁਸੀਂ ਵਾਈਸ ਪ੍ਰੈਜ਼ੀਡੈਂਟ ਵੀ ਹੋ। ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਤੁਹਾਨੂੰ ਲੱਗਦਾ ਹੈ ਕਿ ਇਸ ਸਮੇਂ ਜਿਹੜਾ ਕੈਬ ਇੰਡਸਟਰੀ ਜਿਹੜੀ ਹੈ ਫੇਸ ਕਰ ਰਹੀ ਹੈ, ਔਰ ਗਵਰਨਮੈਂਟ ਕਿਸ ਤਰ੍ਹਾਂ ਨਾਲ ਉਹਨਾਂ ਦੇ ਜਿਹੜੇ ਸੋਲੂਸ਼ਨਸ ਕੱਢਣ ਵਿੱਚ ਕਾਮਯਾਬ ਹੋ ਰਹੀ ਹੈ ਜਾਂ ਨਹੀਂ ਹੋ ਰਹੀ? ਸੋ ਪ੍ਰੋਬਲਮਸ ਅਸੀਂ ਫੇਸ ਕਰ ਰਹੇ ਹਾਂ ਜਿਹੜੀਆਂ ਜੀ ਉਹ ਵੱਡੀਆਂ, ਜਿਹੜੀਆਂ ਜਿੱਦਾਂ ਫੋਰ ਐਗਜ਼ਾਮਪਲ ਊਬਰ ਹੋ ਗਈ, ਲਿਫਟ ਹੋ ਗਈ, ਇਹੋ ਜਿਹੀਆਂ ਵੱਡੀਆਂ ਕੰਪਨੀਆਂ ਨੇ ਆ ਕੇ ਡਿਸਰਪਟ ਬਹੁਤ ਕੀਤੀ ਆ ਮਾਰਕੀਟ। ਉਹਨਾਂ ਨੇ ਆਪਣੇ ਆਪ ਨੂੰ ਟੈਕਨੋਲੋਜੀ ਕੰਪਨੀ ਕਹਿਲਾ ਕੇ ਇੱਕ ਲੂਪ ਹੋਲ ਕ੍ਰੀਏਟ ਕਰ ਲਿਆ ਜੋ ਕਿ ਅਸੀਂ ਲੈਵਰੇਜ ਨਹੀਂ ਕਰ ਸਕਦੇ। ਓਕੇ, ਕਿਉਂਕਿ ਸਾਨੂੰ W2 EMPLOYEES ਰੱਖਣੇ ਪੈਂਦੇ ਆ, ਸਾਨੂੰ ਇਨਸਪੈਕਸ਼ਨਾਂ ਡਿਫਰੈਂਟ ਕਰਨੀਆਂ ਪੈਂਦੀਆਂ ਆ, ਸਾਨੂੰ ਸਾਡੇ ਰੈਗੂਲੇਸ਼ਨਸ ਡਿਫਰੈਂਟ ਆ। ਸੋ ਸਾਡੀ ਜਿਹੜੀ ਮੇਨ ਫਾਈਟ ਹੁੰਦੀ ਆ ਸਟੇਟ ਐਸੋਸੀਏਸ਼ਨਸ ਨਾਲ, ਲੋਕਲ ਐਸੋਸੀਏਸ਼ਨਸ ਨਾਲ ਜਾਂ ਫੈਡਰਲ ਲੈਵਲ ਤੇ, ਉਹ ਇਹੀ ਹੁੰਦੀ ਹੈ ਕਿ ਸਾਨੂੰ ਲੈਵਲ ਪਲੇਇੰਗ ਫੀਲਡ ਦਿੱਤੀ ਜਾਵੇ। ਜੇ ਜਸਟ ਬਿਕੋਜ਼ ਦੇ ਆਰ ਸੇਇੰਗ ਦੈਟ ਦੇ ਆਰ ਟੈਕਨੋਲੋਜੀ ਕੰਪਨੀ, ਉਹ ਐਟ ਦੀ ਐਂਡ ਕਸਟਮਰ ਨੂੰ ਹੀ ਸਰਵਿਸ ਕਰ ਰਹੇ ਨੇ, ਤੇ ਅਸੀਂ ਵੀ ਉਹੀ ਕਸਟਮਰ ਸਰਵਿਸ ਹੀ ਕਰ ਰਹੇ ਨੇ। ਸਾਡੇ ਕੋਲ ਵੀ ਐਪ ਹੈਗੀ ਆ, ਸਾਡੇ ਕੋਲ ਵੀ ਸੌਫਟਵੇਅਰ ਹੈਗਾ ਆ। ਅਸੀਂ ਤਾਂ ਸਗੋਂ ਕਿਸੇ ਨੂੰ EMPLOYEE ਬਣਾ ਕੇ ਅਸੀਂ ਤਾਂ ਗਵਰਨਮੈਂਟ ਨੂੰ ਸਪੋਰਟ ਕਰ ਰਹੇ ਹਾਂ ਟੈਕਸਿਸ ਪੇ ਕਰਕੇ। ਬਟ ਉਹ ਹੈਗਾ ਛੋਟੇ ਲੈਵਲ ਤੇ ਸਮਝਾਉਣਾ। ਉਹ ਜਿਹੜੀ ਊਬਰ ਲਿਫਟ ਵਾਲਿਆਂ ਨੇ ਲੌਬਿਸਟ ਇਦਾਂ ਦੇ ਰੱਖੇ ਹੋਏ ਨੇ, ਬਿਗਰ ਯੂ نو ਕੈਂਪੇਨ ਫੰਡ ਹੁੰਦੀ ਆ ਐਂਡ ਆਲ ਦੈਟ, ਸੋ ਬਹੁਤ ਹੀ ਅਨਫੇਅਰ ਫਾਈਟ ਹੋ ਜਾਂਦੀ ਆ। ਬਟ ਫਾਈਟ ਗੈਟਸ ਵੈਰੀ ਸਿੰਪਲ ਇਫ ਐਟ ਦ ਲੋਕਲ ਲੈਵਲ। ਜੇ ਤੁਸੀਂ ਆਪਣੇ ਸਿਟੀ ਅਫੀਸ਼ੀਅਲਸ ਨਾਲ ਜਾ ਕੇ ਗੱਲ ਕਰਦੇ ਹੋ, ਉਹਨਾਂ ਨੂੰ ਸਮਝਾਉਂਦੇ ਹੋ ਕਿ ਸਾਨੂੰ ਇਹ ਦਿੱਕਤ ਹੁੰਦੀ ਹੈ ਸਮਾਲ ਬਿਜ਼ਨਸ ਹੋਣ ਦੇ ਕਾਰਨ, ਉਹ ਛੇਤੀ ਸੁਣ ਲੈਂਦੇ ਨੇ। ਬਟ ਜਿਹੜੇ ਸਟੇਟ ਲੈਵਲ ਆ ਉੱਥੇ ਫਾਈਟ ਹੋਰ ਔਖੀ ਹੁੰਦੀ ਆ, ਫੈਡਰਲ ਲੈਵਲ ਤੇ ਬਹੁਤ ਹੀ ਔਖੀ ਆ ਫਾਈਟ। ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਰੁਕ ਜਾਂਦੇ ਹੋ। ਸੋ ਯੂ ਹੈਵ ਟੂ ਕੰਟੀਨਿਊ ਫਾਈਟਿੰਗ, ਕਿਉਂਕਿ ਇੱਕ ਹੀ ਬੰਦਾ ਮੋਰੇ ਚਾਹੀਦਾ ਜਿਹੜਾ ਅੰਡਰਸਟੈਂਡ ਕਰੇ ਤੁਹਾਨੂੰ। ਤੇ ਜਦੋਂ ਉਹਨੇ ਅੰਡਰਸਟੈਂਡ ਕਰ ਲਿਆ, ਦਿਸ ਗੇਮ ਇਜ਼ ਗੋਇੰਗ ਟੂ ਚੇਂਜ, ਬਟ ਵੈਨ ਦੈਟ ਡੇ ਵਿਲ ਹੈਪਨ ਯੂ ਡੋਂਟ ਨੋ। ਸੋ ਜਿਹੜੇ ਲੋਕਲ 에ਅਰਪੋਰਟਸ ਦੀ ਫਾਈਟ ਹੈ ਕਿ ਸਾਨੂੰ ਫੇਅਰਨੈਸ ਦਿੱਤੀ ਜਾਵੇ। ਜੇ ਊਬਰ ਲਿਫਟ ਨੂੰ ਪਾਰਕਿੰਗ ਦਿੱਤੀ ਹੈ ਤਾਂ ਸਾਨੂੰ ਵੀ ਦਿੱਤੀ ਜਾਵੇ। ਇਹਦੇ ਵਿੱਚ ਅਸੀਂ ਕਾਫੀ ਸਕਸੈਸਫੁਲ ਹੋਏ ਹਾਂ। ਹਰ 에ਅਰਪੋਰਟ ਤੇ LAX ਲਾ ਲਿੱਤਾ ਜਾਵੇ, ਸੈਨ ਹੋਜ਼ੇ ਲਾ ਲਓ, SFO ਲਾ ਲਓ। ਅਸੀਂ ਜਿਹੜੀ ਪਬਲਿਕ ਯੂਟਿਲਿਟੀ ਕਮਿਸ਼ਨ ਨਾਲ ਫੇਅਰਨੈਸ ਲਈ ਕਾਫੀ ਅਸੀਂ ਫਾਈਟ ਕੀਤੀ ਆ। ਉਹਨਾਂ ਨੇ ਕਾਫੀ ਸਾਨੂੰ ਫੇਅਰਨੈਸ ਦਿੱਤੀ ਆ। ਸਾਡੇ 2 ਸਾਲਾਂ ਲਈ ਆਲਮੋਸਟ ਜਿਹੜੀ ਕੁਆਟਰਲੀ ਫੀਸ ਹੁੰਦੀ ਆ ਉਹ ਮਾਫ ਕੀਤੀ ਸੀਗੀ। CHP ਆ ਜਿਹੜੀ, ਉਹ ਸਾਨੂੰ ਬਹੁਤ ਰਿਸਪੈਕਟ ਨਾਲ ਦੇਖਦੀ ਆ ਕਿਉਂਕਿ ਅਸੀਂ ਬਹੁਤ ਰੂਲਸ ਰੈਗੂਲੇਸ਼ਨਸ ਫੋਲੋ ਕਰਦੇ ਆ। ਊਬਰ ਲਿਫਟ ਨੇ ਆਪਣੀ ਰੈਪੂਟੇਸ਼ਨ ਹਿੰਡਰ ਕਰਤੀ ਆ ਬਿਕੋਜ਼ ਦੇ ਗੋ ਵਿਦ ਵੋਲਿਊਮ। ਸਾਡੀ ਇੱਕ ਰੈਪੂਟੇਸ਼ਨ ਇੰਡਸਟਰੀ ਤੇ ਬਣੀ ਬਾਹਰ ਬਣੀ ਆ ਬਾਈ ਲੋਕਲ ਪੁਲਿਸ ਅਥਾਰਟੀਜ਼ ਲਾ ਲਓ ਜਾਂ ਹਾਈਵੇ ਪੈਟਰੋਲ ਲਾ ਲਓ। ਉਹਨਾਂ ਨੂੰ ਹੁੰਦਾ ਕਿ ਜੇ ਤੁਸੀਂ ਲਿਮੋ ਕੰਪਨੀ ਆ ਮਤਲਬ ਯੂ ਆਰ ਵੈਰੀ ਸੇਫਟੀ ਕੰਸਰਨ, ਯੂ ਆਰ ਟ੍ਰੇਨਿੰਗ ਯੂਰ ਡਰਾਈਵਰਸ, ਯੂ ਆਰ ਫੋਲੋਇੰਗ ਆਲ ਦ ਰੂਲਸ ਐਂਡ ਰੈਗੂਲੇਸ਼ਨਸ। ਸੋ ਉਹੀ ਚੀਜ਼ ਅਸੀਂ ਕਸਟਮਰਾਂ ਨੂੰ ਵੇਚਦੇ ਹਾਂ
ਕਿ we are better than what you can find it just on a random app. ਮੈਂ ਤੁਹਾਨੂੰ ਭੇਜੂੰਗਾ ਇੱਕ ਡਰੱਗ ਸਕਰੀਨ ਬੈਕਗਰਾਉਂਡ ਚੈੱਕਡ ਡਰਾਈਵਰ ਜਿਹਨੇ ਪ੍ਰੋਪਰ ਸ਼ੋਫਰ ਟ੍ਰੇਨਿੰਗ ਲਈ ਹੋਈ ਆ, ਉਹਨੇ ਤੁਹਾਡਾ ਦਰਵਾਜ਼ਾ ਖੋਲ੍ਹਣਾ, ਤੁਹਾਨੂੰ ਠੰਡਾ ਪਾਣੀ ਮਿਲੂਗਾ, that level. ਸੋ ਇੱਕ ਲਗਜ਼ਰੀ ਫੀਲ ਦੇਣੀ ਪੈਣੀ ਹੈ. ਸੋ ਜੇ ਤੁਸੀਂ ਇਹ ਸੋਚ ਲਿਆਓਗੇ, ਹੁਣ ਸਿਰਫ ਸਕਸੈਸ ਦੀ ਜੇ ਤੁਸੀਂ ਸੋਚੋਗੇ ਨਾ ਕਿ ਹਰ ਰੋਜ਼ ਇੱਕ ਸਟੈਪ ਫਾਰਵਰਡ ਹੀ ਹੋਊਗਾ, ਫਿਰ ਯੂ ਵਿਲ ਗੈਟ ਡਿਸਅਪਾਇੰਟਡ. ਇਹ ਤਾਂ ਜ਼ਿੰਦਗੀ ਆ, ਯੂ نو. ਪਰ ਕਈ ਲੋਕੀ ਇੱਥੇ ਜਦੋਂ ਅਮਰੀਕਾ ਵਿੱਚ ਆਉਂਦੇ ਨੇ ਉਹਨਾਂ ਨੂੰ ਦੋ ਚੀਜ਼ਾਂ ਦਿਖਾਈ ਦਿੰਦੀਆਂ ਨੇ, ਇੱਕ ਤਾਂ ਟਰੱਕਿੰਗ ਇੰਡਸਟਰੀ, ਇੱਕ ਕੈਬ ਇੰਡਸਟਰੀ. ਤੁਸੀਂ ਕੀ ਦੱਸੋਗੇ ਕਿ ਕਿਸ ਤਰ੍ਹਾਂ ਟਰੱਕਿੰਗ ਇੰਡਸਟਰੀ ਬੈਟਰ ਹੈ ਜਾਂ ਕੈਬ ਇੰਡਸਟਰੀ? ਕਿਉਂਕਿ ਤੁਸੀਂ ਕੈਬ ਇੰਡਸਟਰੀ, ਮੈਂ ਇਹ ਕਹਾਂਗਾ ਕਿ ਤੁਸੀਂ ਕੈਬ ਨੂੰ ਪ੍ਰੈਫਰ ਕਰੋਗੇ. ਜੀ ਮੈਂ ਇੱਕ ਇੰਡਸਟਰੀ ਨੂੰ ਨਹੀਂ ਪ੍ਰੈਫਰ ਕਰੂੰਗਾ. ਮੈਂ ਇਹ ਹੁੰਦਾ ਹੈ ਜੀ, ਜਦੋਂ ਮੈਂ ਲਿਕਰ ਸਟੋਰ ਤੇ ਪਿਆ ਸੀਗਾ, ਮੈਨੂੰ ਇਹ ਸੀਗਾ ਕਿ ਹਾਊ ਡੂ ਆਈ ਮੇਕ ਦ ਬੈਸਟ ਆਊਟ ਆਫ ਦਿਸ ਐਟ ਦੈਟ ਪੁਆਇੰਟ. ਸੋ ਜੇ ਟਰੱਕਿੰਗ ਇੰਡਸਟਰੀ ਵੀ ਹੈ ਨਾ, ਆਈ ਥਿੰਕ ਮੈਂਟੈਲਿਟੀ ਜਿਹੜੀ ਬੰਦੇ ਦੀ ਆ ਉਹ ਮੈਟਰ ਕਰਦੀ ਆ ਕਿ ਤੁਸੀਂ ਆਪਣੀ ਇੱਕ ਟਰੱਕ ਪਾ ਕੇ ਕੰਮ ਤਾਂ ਸ਼ੁਰੂ ਕਰ ਲਿਆ, ਹੁਣ ਇਹਨੂੰ ਬਿਜ਼ਨਸ ਕਿੱਦਾਂ ਬਣਾਉਣਾ ਜੀ, ਉਹਦੇ ਲਈ ਤੁਹਾਨੂੰ ਥੋੜੀ ਬੇਸਿਕ ਐਜੂਕੇਸ਼ਨ ਚਾਹੀਦੀ ਆ. ਬਿਲਕੁਲ. ਤੇ ਥੋੜੀ ਤੁਹਾਨੂੰ ਦੇਸੀ ਸੋਚ ਨੂੰ ਛੱਡਣਾ ਪੈਣਾ ਕਿ ਮੈਂ ਇੱਕ ਹਰ ਰੋਜ਼ ਹੀ ਗੇੜੇ ਲਾਈ ਜਾਓਗੇ ਆਪ ਹੀ, ਤੇ ਤੁਸੀਂ ਬਿਜ਼ਨਸ ਦੇ ਉੱਪਰ ਕਦੋਂ ਕੰਮ ਕਰੋਗੇ? ਤੁਸੀਂ ਤਾਂ ਬਿਜ਼ਨਸ ਦੇ ਅੰਦਰ ਹੀ ਬੜੇ ਹੋਏ ਹੋ. ਸੋ ਤੁਹਾਨੂੰ ਕਿਤੇ ਨਾ ਕਿਤੇ ਡਰਾਈਵਰ ਬਿਠਾਉਣਾ ਪੈਣਾ. ਫਿਰ ਤੁਸੀਂ ਚੀਟਿੰਗ ਨਹੀਂ ਕਰ ਸਕਦੇ, ਰਾਈਟ? ਤੁਸੀਂ ਕੀ ਕਰਦੇ ਆ ਜੀ, ਡਰਾਈਵਰ ਬਿਠਾਇਆ, ਉਹਨੂੰ ਸਹੀ ਤਰੀਕੇ ਨਾਲ ਟੈਕਸ ਨਹੀਂ ਦੇਣਾ, ਫਿਰ ਦੂਜਾ ਟਰੱਕ ਪਾ ਲੈਂਦੇ ਨੇ, ਤੀਜਾ ਪਾ ਲੈਂਦੇ ਨੇ. ਹੁਣ ਗਵਰਨਮੈਂਟ ਦੇਖਦੀ ਆ ਤੁਸੀਂ 3 ਟਰੱਕ ਪਾ ਲਿਆ, ਹਜੇ ਤੱਕ ਟੈਕਸ ਤਾਂ ਪੇ ਨਹੀਂ ਕਰਦੇ, ਚੌਥਾ ਕਿੱਥੋਂ ਲੈਣ ਲੱਗੇ ਹੋ? ਬਟ ਇਹੀ ਜੇ ਤੁਸੀਂ ਸਹੀ ਤਰੀਕੇ ਨਾਲ ਕਰੋ, ਗਵਰਨਮੈਂਟ ਕਹਿੰਦੀ ਹੈ ਤੁਸੀਂ 3 ਲੈਣ ਲੱਗੇ ਹੋ, ਆ ਲਓ ਪੈਸੇ 6 ਲੈ ਲਓ. ਬਟ ਉਹਦੇ ਲਈ ਤੁਹਾਨੂੰ ਆਪਣੇ ਆਪ ਨੂੰ ਐਜੂਕੇਟ ਕਰਨਾ ਪੈਣਾ, ਤੁਹਾਨੂੰ ਆ ਬਾਹਰ ਨਿਕਲਣਾ ਪੈਣਾ, ਤੁਹਾਨੂੰ ਐਕਸਕਿਊਜ਼ਸ ਨੂੰ ਆਪਣਾ ਦੀਵਾਰ ਨਹੀਂ ਬਣਾ ਸਕਦੇ. ਮਤਲਬ ਯਾਨੀ ਕਿ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਅਮਰੀਕਾ ਵਿੱਚ ਵੀ ਲੋਕਾਂ ਦਾ ਜਿਹੜਾ ਦਿਮਾਗ ਹੈ ਟੈਕਸ ਚੋਰੀ ਵਾਲਾ, ਕਿ ਕਿਸ ਤਰ੍ਹਾਂ ਟੈਕਸ ਚੋਰੀ ਕੀਤੀ ਜਾਏ, ਟੈਕਸ ਬਚਾਇਆ ਜਾ. ਬਸ ਹਾਂਜੀ ਕਿਸੇ ਤਰ੍ਹਾਂ ਦੀ ਛੋਟੀ ਸੋਚ ਹੈ, ਪੈਨੀਆਂ ਕਿੱਦਾਂ ਬਚਾਉਣੀਆਂ. ਮੇਰੇ ਹਿਸਾਬ ਨਾਲ ਆ ਕਿ ਤੁਸੀਂ ਜੇ ਰੌਬ ਹੀ ਕਰਨਾ ਆ ਤੇ ਲੈਟਸ ਰੌਬ ਅ ਬੈਂਕ ਦੈਟ ਵਰਥ ਬਿਲੀਅਨਸ then rob a bank that is thousands. So ਉਹ ਸੋਚ ਜਿਹੜੀ ਚੇਂਜ ਨਹੀਂ ਹੋ ਰਹੀ ਆ, ਬਹੁਤ ਘੱਟ ਮੈਂ ਦੇਖਦਾ ਆ ਇੰਡੀਅਨ. ਹੁਣ ਮੈਂ ਬਹਿੰਦਾ ਆ ਜੀ ਸਟੇਟ ਐਸੋਸੀਏਸ਼ਨ ਤੇ ਜਾਂ ਨੈਸ਼ਨਲ, ਆਮ ਦੀ ਓਨਲੀ ਪੰਜਾਬੀ, ਆਮ ਦੀ ਓਨਲੀ ਪੰਜਾਬੀ. ਨਵੀਆਂ ਗੱਡੀਆਂ ਦਾ ਟ੍ਰੈਂਡ ਬੇ ਏਰੀਏ ਤੇ ਲਿਆ ਕੇ ਸ਼ੁਰੂ ਕਰਨਾ. ਲੋਕਾਂ ਦਾ ਮੈਂਟੈਲਿਟੀ ਸੀਗੀ ਪੁਰਾਣੇ ਤੋਂ ਪੁਰਾਣੀ ਗੱਡੀ ਲਿਆਓ, ਰੇਟ ਸਿੱਟੋ ਤੇ ਬਿਜ਼ਨਸ ਲਾਓ. ਮੈਂ ਰਿਵਰਸ ਕੀਤਾ ਕੰਮ. ਮੈਂ ਲਿਆਂਦੀ ਨਵੀਂ ਗੱਡੀ, ਰੇਟ ਰੱਖੇ ਨਾ ਬਾਲੇ ਉੱਪਰ ਨਾ ਬਾਲੇ ਥੱਲੇ, ਗੱਬੇ ਰੱਖ ਕੇ ਪਹਿਲੇ ਆਪਣਾ ਮਾਰਕੀਟ ਬਣਾਈ. ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਇੱਕ ਵਾਰੀ ਆਪਣੀ ਕੰਸਿਸਟੈਂਸੀ ਬਣਾ ਦਿੰਦੇ ਹੋ, ਫਿਰ ਰੇਟ ਵੀ ਤੁਸੀਂ ਚੱਕ ਸਕਦੇ ਹੋ. ਆਈ ਵੁੱਡ ਸੇ ਆਈ ਐਮ ਪ੍ਰੋਬਬਲੀ 5% ਆਫ ਦ ਐਕਸਪੈਂਸਿਵ ਕੰਪਨੀਜ਼ ਇਨ ਦ ਬੇ ਏਰੀਆ, ਬਟ ਦੈਟਸ ਓਵਰ ਅ ਪੀਰੀਅਡ ਆਫ ਟਾਈਮ. ਬਟ ਤੁਹਾਨੂੰ ਉਹ ਚੀਜ਼ ਓਵਰ ਅ ਪੀਰੀਅਡ ਆਫ ਟਾਈਮ ਬਣਦੀ ਹੈ. ਆਪਾਂ ਆਪਣੇ ਲੋਕ ਪੇਸ਼ੈਂਸ ਨਹੀਂ ਰੱਖਦੇ. ਬਿਲਕੁਲ. ਤੁਸੀਂ ਇੱਕ ਹਿੱਟ ਲਿਸਟ ਵਿੱਚ ਵੀ ਆਏ ਹੋਏ ਕਿ ਫਾਸਟੈਸਟ ਗਰੋਇੰਗ ਕੰਪਨੀ ਇਨ ਕੈਲੀਫੋਰਨੀਆ ਤੁਹਾਡੀ ਕੰਪਨੀ ਜਿਹੜੀ ਹੈ ਰੈਂਕ ਹੋ ਚੁੱਕੀ ਹੈ. ਕਿਸ ਤਰ੍ਹਾਂ ਇੱਕ ਲੈਸਨ ਦਿਓਗੇ ਉਹਨਾਂ ਡਰਾਈਵਰਸ ਨੂੰ ਜਾਂ ਉਹਨਾਂ ਬਿਜ਼ਨਸ ਐਂਟਰਪ੍ਰੀਨਿਓਰਸ ਨੂੰ ਜਿਨ੍ਹਾਂ ਨੇ ਸਿਰਫ ਹਲੇ ਸਟਾਰਟਅਪ ਕੀਤਾ ਪਰ ਉਹਨਾਂ ਨੂੰ ਦਿਸ਼ਾ ਨਹੀਂ ਪਤਾ ਕਿ ਅਸੀਂ ਫਾਸਟੈਸਟ ਗਰੋਇੰਗ ਕਿਵੇਂ ਬਣਨਾ ਹੈ? ਸੋ ਮੈਂ ਕਹੂੰਗਾ ਜੀ, ਇੱਕ ਤਾਂ ਮੈਂ ਕਹੂੰ ਕੁਝ ਕਿਸਮਤ ਹੁੰਦੀ ਆ, ਕੁਝ ਹੁੰਦਾ ਹੈ ਕਿ ਤੁਹਾਡੇ ਆਸ-ਪਾਸ ਦੇ ਬੰਦੇ ਕਿੱਦਾਂ, ਕਿਹੜਾ ਸਰਕਲ ਆ. ਸੋ ਮੈਂ ਆਈ ਵੁੱਡ ਡੈਫੀਨਿਟਲੀ ਰეკਮੈਂਡ ਕਿ ਤੁਹਾਡੇ ਆਲੇ ਦੁਆਲੇ ਕੌਣ ਆ, ਤੁਸੀਂ ਕਿੰਨਾ ਬਹਿੰਦੇ ਉੱਠਦੇ ਹੋ, ਉਹ ਬਹੁਤ ਮੈਟਰ ਕਰਦਾ ਆ. ਤੇ ਆਲਵੇਜ਼ ਕੀਪ ਲੁਕਿੰਗ ਫॉर ਐਨ ਓਪਰਚੁਨਿਟੀ. ਮੈਂ ਇਹ ਨਹੀਂ ਦੇਖਦਾ ਹੁੰਦਾ ਕਿ ਮੈਨੂੰ ਜਦੋਂ 18 ਘੰਟੇ ਵੀ ਕੰਮ ਕਰੀਦਾ ਸੀਗਾ, ਆਈ ਯੂਜ਼ ਟੂ ਡੂ ਵਿਦ ਅ ਸਮਾਈਲ ਐਂਡ ਸਾਰੇ ਬੰਦਿਆਂ ਨਾਲ ਗੱਲ ਕਰਨੀ, ਸਿੱਖਣ. ਬੰਦੇ ਕੋ ਕੀ, ਦੂਜੇ ਬੰਦੇ ਕੋ ਕੀ ਨੌਲੇਜ ਆ, ਉਹ ਜਿੰਨੀ ਤੁਸੀਂ ਉਹ ਤੋਂ ਲੈ ਸਕਦੇ ਹੋ ਐਂਡ ਗੈਦਰ ਕਰ ਸਕਦੇ ਹੋ. ਯੂ ਸ਼ੁੱਡ ਨੋ ਕਿ ਤੁਸੀਂ ਕਿਹਦੇ ਨਾਲ ਗੱਲ ਕਰ ਰਹੇ ਹੋ, ਕਿੰਨੀ ਕਿ ਨੌਲੇਜ ਲੈ ਰਹੇ ਹੋ, ਕੀ ਮਿਲ ਰਿਹਾ, ਉਹਨੂੰ ਗੈਦਰ ਕਰਕੇ ਆਪਣਾ ਮਾਈਂਡ ਪੁੱਟ ਟੂਗੇਦਰ ਕਰਕੇ ਯੂ ਡਿਵੈਲਪ ਅ ਪਲਾਨ. ਤੁਹਾਨੂੰ ਇਹ ਬਿਲੀਵ ਕਰਨਾ ਪੈਣਾ ਕਿ ਪਲਾਨ ਟੇਕਸ ਟਾਈਮ. ਮੈਨੂੰ ਜੇ ਅੰਬ ਦਾ ਦਰਖਤ ਤੇ ਅੰਬ ਚਾਹੀਦੇ ਨੇ ਤਾਂ ਮੈਂ ਬੀ ਲਾਉਂਗਾ, 25 ਸਾਲ ਬਾਅਦ ਮੈਨੂੰ ਦਰਖਤ ਹੋਣਾ. ਮੈਂ ਇਹ ਐਕਸੈਪਟ ਕਰੂੰਗਾ ਨਾ ਤੇ ਮੈਂ ਤਪੱਸਿਆ 100% ਉਸ ਪ੍ਰੇਡ ਨੂੰ ਕਰੂੰਗਾ ਕਿ ਮੈਨੂੰ ਪਤਾ 25 ਸਾਲ ਬਾਅਦ ਫਲ ਦੇਣਾ ਹੀ ਦੇਣਾ. ਤੁਸੀਂ ਜਦੋਂ ਇਹ ਕੌਨਫੀਡੈਂਸ ਨਾਲ ਆਪਣਾ ਇੱਕ ਪਹਿਲਾ ਸਟੈਪ ਲੈਂਦੇ ਹੋ ਕਿ ਦਿਸ ਇਜ਼ ਗੋਇੰਗ ਟੂ ਲੀਡ ਮੀ ਟੂ ਅ ਸੈਕੰਡ ਸਟੈਪ ਐਂਡ ਅ ਥਰਡ ਸਟੈਪ ਐਂਡ ਅ ਫੋਰਥ ਸਟੈਪ, ਦ ਸਕਸੈਸ ਇਜ਼ ਬਾਉਂਡ ਟੂ ਕਮ. ਰਾਈਟ. ਪਰ ਕਿਤੇ ਨਾ ਕਿਤੇ ਜਦੋਂ ਨਵਾਂ ਕੋਈ ਸ਼ਖਸ ਇੱਥੇ ਆਉਂਦਾ, ਉਹਨੇ ਆਪਣਾ ਟ੍ਰੇਨਿੰਗ 2-3 ਮਹੀਨੇ ਦੀ ਟ੍ਰੇਨਿੰਗ ਲੈ ਲਈ, ਉਸ ਤੋਂ ਬਾਅਦ ਲਾਇਸੈਂਸ ਬਣਵਾ ਲਿਆ ਅਤੇ ਉਸ ਤੋਂ ਬਾਅਦ ਉਹ ਸੜਕਾਂ 'ਤੇ ਸ਼ੁਰੂ ਹੋ ਗਿਆ, ਚਾਹੇ ਉਹ ਕੈਬ ਚਲਾ ਰਿਹਾ, ਚਾਹੇ ਉਹ ਟਰੱਕ ਚਲਾ ਰਿਹਾ. ਲੇਕਿਨ ਅਸੀਂ ਦੇਖ ਰਹੇ ਹਾਂ ਕਿ ਬਹੁਤ ਪਿਛਲੇ ਸਮੇਂ ਵਿੱਚ ਬਹੁਤ ਸਾਰੇ ਐਕਸੀਡੈਂਟਸ ਵੀ ਹੋਏ ਨੇ, ਜਿਨ੍ਹਾਂ ਵਿੱਚ ਕਈ ਪੰਜਾਬੀ ਭਰਾਵਾਂ ਨੇ ਵੀ, ਹੋਰਨਾਂ ਕਮਿਊਨਿਟੀਜ਼ ਦੇ ਲੋਕਾਂ ਨੇ ਵੀ ਆਪਣੀਆਂ ਜਾਨਾਂ ਵੀ ਗਵਾਈਆਂ ਨੇ. ਤੁਹਾਨੂੰ ਲੱਗਦਾ ਕਿ ਅਨਟ੍ਰੇਨਡ ਜਿਹੜੇ ਡਰਾਈਵਰਸ ਹੈਗੇ ਨੇ ਉਹ ਮਾਰਕੀਟ ਵਿੱਚ ਇਸ ਸਮੇਂ ਬਹੁਤ ਜ਼ਿਆਦਾ ਨੇ, ਜਿਨ੍ਹਾਂ ਨੂੰ ਸਿਰਫ ਪੈਸੇ ਦੀ ਹੋੜ ਹੈਗੀ ਹੈ ਕਿ ਅਸੀਂ ਕਿਸੇ ਨਾਲ ਫਟਾਫਟ ਪੈਸਾ ਕਮਾ ਲਈਏ, ਸਾਨੂੰ ਟ੍ਰੇਨਿੰਗ ਪ੍ਰੋਪਰ ਮਿਲੀ ਹੈ ਨਹੀਂ ਮਿਲੀ?
ਸੋ ਇਹ ਮੇਰਾ ਅਜ਼ੰਪਸ਼ਨ ਹੀ ਹੋਊਗਾ ਕਹਿਣਾ ਜੇ ਮੈਂ ਜਨਰਲਾਈਜ਼ ਕਰਾਂ, ਬਟ ਜੋ ਮੈਂਟੈਲਿਟੀ ਮੈਂ ਜਿੰਨੀ ਕਿ ਮੈਂ ਸਮਝਿਆ ਆ, ਇੱਕ ਤਾਂ ਹੈਗਾ ਹੈ ਕਿ ਫਾਸਟ ਬਹੁਤ ਗਰੋ ਕਰਨਾ ਆ, ਕਿ ਇੱਕ ਬਹੁਤ ਤੇਜ਼ੀ ਨਾਲ ਗਰੋ ਕਰਨਾ ਮੰਗਦੇ, ਉਹਦੇ ਲਈ ਆਫ ਕੋਰਸ ਦੇ ਵਾਂਟ ਟੂ ਡੂ ਲੋਟ ਮੋਰ ਦੈਨ ਵਾਟ ਦੇ ਕੈਨ ਹੈਂਡਲ। ਡਰਾਈਵਿੰਗ ਇਜ਼ ਵੈਰੀ ਸੀਰੀਅਸ ਬਿਜ਼ਨਸ। ਤੁਹਾਡੀ ਪ੍ਰੋਪਰ ਨੀਂਦ ਹੋਣੀ ਚਾਹੀਦੀ ਆ, ਤੁਹਾਨੂੰ ਪ੍ਰੋਪਰ ਰੂਲਸ ਐਂਡ ਰੈਗੂਲੇਸ਼ਨਸ ਪਤਾ ਹੋਣਾ ਚਾਹੀਦਾ, ਤੁਸੀਂ ਫੋਨ ਡਿਸਟਰੈਕਟਿਡ ਨਹੀਂ ਮੈਂਟੈਲਿਟੀ ਹੋਣੀ ਚਾਹੀਦੀ। ਸੋ ਆਈ ਥਿੰਕ ਉਹ ਜਿਹੜਾ ਗਰੀਡ ਆ ਨਾ ਕਿ ਬਹੁਤ ਛੇਤੀ ਮੈਂ ਗਰੋ ਕਰਨਾ ਆ ਦੂਜੇ ਤੋਂ, ਜੇ ਉਹ ਬੰਦੇ ਨੇ 6 ਸਾਲ ਤੇ ਇਹ ਮਕਾਮ ਹਾਸਿਲ ਕੀਤਾ ਆ, ਆਪਾਂ ਸਿਰਫ ਉਹਦਾ ਮਕਾਮ ਦੇਖਦੇ ਹਾਂ ਕਿ ਉਹ ਕਿੱਥੇ ਬੈਠਾ ਆ, ਮੈਂ 6 ਮਹੀਨਿਆਂ ਤੇ ਪਹੁੰਚਣਾ, ਉਹ ਪੋਸੀਬਲ ਹੈ ਨਹੀਂ। ਦੇਰ ਇਜ਼ ਨੋ ਸ਼ਾਰਟਕਟ ਟੂ ਸਕਸੈਸ, ਦੇਰ ਇਜ਼ ਫਾਸਟ ਵੇ ਟੂ ਸਕਸੈਸ, ਬਟ ਉਹਦੇ ਲਈ ਤੁਹਾਨੂੰ ਸਿੱਖਣਾ ਪੈਣਾ, ਤੁਹਾਨੂੰ ਉਹਦੇ ਲਈ ਬਾਕੀ ਜਿਹੜੇ ਜੋ ਕਿ ਸਕਸੈਸਫੁਲ ਮੈਥਡਸ ਆਊਟ ਦੇਅਰ ਆ, ਤੁਹਾਨੂੰ ਉਹਨੂੰ ਐਨਾਲਾਈਜ਼ ਕਰਕੇ ਤੁਹਾਨੂੰ ਆਪਣਾ ਇੱਕ ਮੈਥਡ ਬਣਾਉਣਾ ਪੈਣਾ। ਜੇ ਤਾਂ ਤੁਸੀਂ ਉਸ ਕਾਬਿਲ ਹੋ then go for it, otherwise be a follower. Accept that you are okay to be the number 2nd or number 3rd. It's okay to be number 3rd. Keep struggling for number 2, keep hustling for number 1, but हर बंदे री यही सोचा मैं number 1 बनना, number 1 बनना, number 1 बनना। That is the mentality that needs to change। ਉਹੀ ਇੱਕ ਸਟ੍ਰੈਸ ਦਾ ਕਾਰਨ ਬਣੀ ਹੋਈ ਹੈ ਮੇਰੇ ਹਿਸਾਬ ਨਾਲ ਅੱਜ ਕੱਲ ਜੋ ਮੈਂ ਆਸ-ਪਾਸ ਦੇਖਦਾ ਪਿਆ ਆ। ਉਹ ਸਟ੍ਰੈਸ ਕਰਕੇ ਫਿਰ ਲੋਕੀ ਦਾਰੂ ਪੀਣ ਲੱਗ ਪੈਂਦੇ ਆ, ਫਿਰ ਯੂ ਨੋ ਦੇ ਸਟਾਰਟ ਗੈਟਿੰਗ ਇਨਟੂ ਡਿਫਰੈਂਟ ਥਿੰਗਸ। ਰਾਤ ਨੂੰ ਦਾਰੂ ਪੀਏ ਬਿਨਾਂ ਨੀਂਦ ਨਹੀਂ ਆਣੀ ਜੀ, ਉਹ ਹੈਬਿਟਸ that is not going to go take you anywhere। ਬਿਲਕੁਲ that is not going to, ਉਹ ਟੈਂਪਰੇਰੀ ਫਿਕਸ ਆ। You know, not that I'm saint, I went through that, but ਜੋ ਮੈਂ ਸਿੱਖਿਆ ਆ ਮੈਂ ਉਹੀ ਜੇ ਅੱਗੇ ਨਹੀਂ ਦੱਸੂਗਾ ਤਾਂ ਮੈਨੂੰ ਲੱਗਦਾ I'm not doing fair to somebody who is going to listen to me or who is going to follow me। ਮੇਰੀਆਂ ਗਲਤੀਆਂ ਜਿਹੜੀਆਂ ਸੀ I will not tell somebody to do that। So that is not the solution। Focus on your fitness। ਜੇ ਤੁਹਾਡੀ ਆਪਣੀ ਹੈਲਥ ਨਹੀਂ ਹੈਗੀ, ਤੁਸੀਂ ਪੈਸੇ ਲੈ ਕੇ ਕਿੱਥੇ ਤੱਕ ਪਹੁੰਚ ਜਾਓਗੇ? ਤੁਸੀਂ ਮਿਹਨਤ ਵੀ ਨਹੀਂ ਕਰ ਸਕੋਗੇ। ਰਾਈਟ। ਜੇ ਤੁਸੀਂ ਅਨਹੈਲਦੀ ਹੋ ਤੁਹਾਨੂੰ 10 ਘੰਟੇ ਦੀ ਸਲੀਪ ਚਾਹੀਦੀ ਹੈ, ਜੇ ਤੁਸੀਂ ਹੈਲਦੀ ਹੋ ਤੁਸੀਂ 6 ਘੰਟੇ ਸਲੀਪ ਕਰਕੇ 18 ਘੰਟੇ ਕੰਮ ਕਰ ਸਕਦੇ ਹੋ। ਰਾਈਟ। ਮੇਰੀ ਐਡਵਾਈਸ ਤਾਂ ਇਹੀ ਰਹੂਗੀ ਕਿ ਜਿਹੜਾ ਬੰਦਾ ਆਂਦਾ ਆ ਬਿਫੋਰ ਜੰਪਿੰਗ ਇਨਟੂ ਕਾਪਿੰਗ, ਕਿਸੇ ਨੂੰ ਕਾਪੀ ਕਰਨਾ, ਕਿ ਜੇ ਤੁਸੀਂ ਨਿਊਜ਼ ਐਂਕਰ ਆ ਤੇ ਤੁਹਾਨੂੰ ਮੈਂ ਮਿਲਿਆ ਮੈਂ ਵੀ ਨਿਊਜ਼ ਐਂਕਰ ਹੀ ਬਣਨਾ। ਆਈ ਰੈਦਰ ਹੀਅਰ ਯੂਰ ਸਟੋਰੀ, ਤੁਸੀਂ ਸਕਸੈਸਫੁਲ ਨਿਊਜ਼ ਐਂਕਰ ਕਿੱਦਾਂ ਬਣੇ। ਜੇ ਮੈਂ ਕੋਈ ਟੈਕਸੀ ਵਾਲੇ ਨੂੰ ਮਿਲਿਆ, ਮੈਂ ਉਹਦੀ ਸਟੋਰੀ ਸੁਣ ਕੇ ਉਹਨੂੰ ਮੈਂ ਸਮਝਾਂ, ਫਿਰ ਮੈਂ ਆਪਣਾ ਇੱਕ ਨਿਸ਼ ਪਿਕ ਕਰਾਂ। ਇੱਥੇ ਕੀ ਹੁੰਦਾ, ਉਹ ਬੰਦਾ ਟਰੱਕ ਚਲਾਉਂਦਾ ਮੈਂ ਵੀ ਟਰੱਕ ਚਲਾਉਣਾ, ਉਹ ਬੰਦਾ ਟੈਕਸੀ ਚਲਾਉਂਦਾ ਮੈਂ ਵੀ ਟੈਕਸੀ ਚਲਾਉਣੀ। ਸੋ ਦੈਟ ਇਜ਼ ਆਈ ਥਿੰਕ ਇਜ਼ ਅ ਰੋਂਗ ਅਪਰੋਚ। ਪਰ ਕਿਤੇ ਨਾ ਕਿਤੇ ਪਿਛਲੇ 3-4 ਸਾਲਾਂ ਵਿੱਚ ਅਸੀਂ ਕੋਵਿਡ ਦੇਖਿਆ। 2020 ਵਿੱਚ ਜੋ ਕੋਵਿਡ ਆਇਆ, ਕੈਬਸ ਦਾ ਬਿਜ਼ਨਸ ਬਿਲਕੁਲ ਹੀ ਬੰਦ ਹੋ ਗਿਆ ਸੀਗਾ। ਤਾਂ ਅੱਜ 2023 ਵਿੱਚ ਕੀ ਉਹ ਵਾਪਸ ਆਪਣੀ ਜਗ੍ਹਾ 'ਤੇ ਪੋਜੀਸ਼ਨ 'ਤੇ ਪਹੁੰਚ ਚੁੱਕਾ ਹੈ? ਸੋ ਅਗੇਨ ਤੁਸੀਂ ਕੈਬ ਕਹਿੰਦੇ ਹੋ, ਮੈਨੂੰ ਕੈਬ ਇੰਡਸਟਰੀ ਦਾ ਮੈਨੂੰ ਹਜੇ ਨਹੀਂ ਸਮਝ ਹੈਗੀ। ਲਿਮੋ ਇੰਡਸਟਰੀ। ਸੋ ਹਾਂਜੀ, ਸੋ ਕੀ ਹੋਇਆ, ਇੱਕਦਮ ਹੀ ਬੰਦ ਹੋ ਗਿਆ ਸੀ ਜਦੋਂ ਕੋਵਿਡ ਹੋਇਆ ਸੀ। ਯੂ ਆਰ ਐਬਸੋਲੂਟਲੀ ਰਾਈਟ। 2022 ਤੇ ਕ੍ਰੇਜ਼ੀ ਡਿਮਾਂਡ ਹੋਈ, ਕ੍ਰੇਜ਼ੀ। ਲੋਕਾਂ ਨੇ ਕਿਹਾ ਪਤਾ ਨਹੀਂ ਰੁਕਣਾ ਹੀ ਨਹੀਂ ਕੰਮ। ਕਈਆਂ ਨੇ ਗੱਡੀਆਂ ਲਈਆਂ ਜ਼ਿਆਦੀਆਂ, ਹਾਇਰਿੰਗ ਜ਼ਿਆਦੀ ਹੋਈ, ਵਟਐਵਰ। ਬਟ ਉਹ ਤਾਂ ਸੀ ਕਿਉਂਕਿ ਜਿਹੜਾ ਇੱਕ ਪਾਈਪ ਤੇ ਰੁਕਿਆ ਹੋਇਆ ਹੀ ਕੰਮ, ਕਿ ਸਾਰਿਆਂ ਨੇ ਲੋਕਾਂ ਨੇ, ਕਈਆਂ ਨੇ ਇਵੈਂਟ ਰੋਕੇ ਹੋਏ ਸੀ ਆਪਣੇ, ਕਈਆਂ ਨੇ ਆਪਣੇ ਕਈ ਪ੍ਰੋਗਰਾਮ ਰੋਕੇ ਹੋਏ ਸੀ, ਉਹ ਹਰ ਕਰਕੇ ਫਾਸਟ ਫਾਰਵਰਡ ਤੇ ਹੋ ਗਏ। ਬਟ ਚੂੰਕਿ ਕਿ IT ਨੇ ਬਹੁਤ ਤੇਜ਼ੀ ਨਾਲ ਹਾਇਰਿੰਗ ਕੀਤੀ ਸੀਗੀ, ਫੇਸਬੁੱਕ ਲਾ ਲਓ ਜਾਂ ਕੋਈ ਵੀ ਮਲਟੀਨੈਸ਼ਨਲ ਕੰਪਨੀਜ਼ ਜਿਹੜੀਆਂ ਆ, ਇਹਨਾਂ ਨੇ ਬਹੁਤ ਤੇਜ਼ੀ ਨਾਲ ਟੈਕਨੋਲੋਜੀ ਤੇ ਹਾਇਰ ਕੀਤਾ ਸੀ। ਉਹਦੇ ਕਰਕੇ ਜਿਹੜਾ ਹੁਣ ਉਹ ਸਸਟੇਨ ਨਹੀਂ ਕਰ ਪਾ ਰਹੇ ਨੇ ਤੇ ਉਹ ਲੇ ਆਫ ਕਰ ਰਹੇ ਨੇ। ਉਹਦੇ ਕਰਕੇ ਇਕਨੋਮੀ ਤੇ ਜਿਹੜਾ ਇਫੈਕਟ ਪਿਆ, ਉਹਦੇ ਨਾਲ ਅਸੀਂ ਵੀ ਇਫੈਕਟ ਹੋ ਰਹੇ ਹਾਂ। ਬਟ ਜੇ ਅਸੀਂ ਕੰਪੇਅਰ ਕਰੀਏ ਕੋਵਿਡ ਨਾਲ, ਸੋ ਵੀ ਆਰ ਲੋਟ ਬੈਟਰ, ਵੀ ਆਰ ਵੇ ਬੈਟਰ। ਟਰੱਕਿੰਗ ਨਾਲ ਕੰਪੇਅਰ ਕਰੀਏ, ਵੀ ਆਰ ਡੂਇੰਗ ਵੇ ਬੈਟਰ ਦੈਨ ਟਰੱਕਿੰਗ। ਬਟ ਜਦੋਂ ਟਰੱਕਿੰਗ ਬੂਮ ਤੇ ਸੀਗਾ, ਸਾਡੇ ਕੋਲ ਕੁਝ ਵੀ ਨਹੀਂ ਸੀ। ਸੋ ਆਈ ਥਿੰਕ ਗਵਰਨਮੈਂਟ ਇਜ਼ ਕਾਈਂਡ ਆਫ ਡੂਇੰਗ ਅ ਬੈਲੈਂਸ ਕਾਈਂਡ ਆਫ ਅ ਥਿੰਗ। ਉਹਨਾਂ ਨੇ ਜਿਹੜੇ ਪੈਸੇ ਪੂਸੇ ਵੰਡੇ ਨੇ, ਉਹਨਾਂ ਨੇ ਬਾਰੀ ਕਢਾ ਲੈਣੇ ਨੇ, ਕੋਈ ਕਿਸੇ ਤੋਂ ਕਿਸੇ ਤਰ੍ਹਾਂ। ਉਹ ਜਦੋਂ ਲੈਵਲ ਹੋ ਗਿਆ, ਇਕਨੋਮੀ ਇਜ਼ ਗੋਇੰਗ ਟੂ ਫਲਰਿਸ਼। ਬਿਲਕੁਲ, ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਜਿਹੜਾ ਟਾਈਮ ਹੈਗਾ ਉਹ ਲਿਮੋ ਇੰਡਸਟਰੀ ਲਈ ਹੋਰ ਵਧੀਆ ਹੋਵੇ, ਤਾਂ ਕਿ ਨਵੇਂ ਜਿਹੜੇ ਐਂਟਰਪ੍ਰੀਨਿਓਰਸ ਇਸ ਇੰਡਸਟਰੀ ਵਿੱਚ ਆ ਰਹੇ ਨੇ ਉਹਨਾਂ ਦਾ ਕੰਮ ਵੀ ਵਧੀਆ ਹੋਵੇ। ਸੋ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਔਰ ਬਹੁਤ ਮਜ਼ਾ ਆਇਆ। ਲਾਈਕਵਾਈਜ਼। ਸੋ ਇਹ ਸੀ ਹੈਰੀ ਢਿੱਲੋਂ ਸਾਹਿਬ, ਜਿਨ੍ਹਾਂ ਦਾ ਸਭ ਤੋਂ ਪਹਿਲਾਂ ਕਹਿਣਾ ਸੀਗਾ ਕਿ ਜਿਹੜਾ ਤੁਸੀਂ ਲਿਮੋ ਇੰਡਸਟਰੀ ਵਿੱਚ ਆ ਸਕਦੇ ਹੋ, ਪਰ ਰੂਲਸ ਰੈਗੂਲੇਸ਼ਨਸ ਨੋਰਮਸ ਨੂੰ ਫੋਲੋ ਕਰਕੇ ਤੁਸੀਂ ਅੱਗੇ ਵੱਧ ਸਕਦੇ ਹੋ। ਜੋ ਸੈਕਿੰਡ ਚੀਜ਼ਾਂ ਨੇ ਬੜੀ ਵਧੀਆ ਕਹੀ ਹੈਗੀ ਹੈ ਕਿ ਕਿਤੇ ਨਾ ਕਿਤੇ ਸਾਨੂੰ ਇਹ ਸਿੱਖਣ ਦੀ ਜ਼ਰੂਰਤ ਹੈ ਕਿ ਟ੍ਰੇਨਿੰਗ ਕਿਸ ਤਰ੍ਹਾਂ ਲੈਣੀ ਹੈ, ਔਰ ਇੱਕ ਅੱਛੀ ਕੰਪਨੀ ਨਾਲ ਜੁੜ ਕੇ ਹੀ ਤੁਸੀਂ ਆਪਣੇ ਆਪ ਨੂੰ ਸਕਸੈਸਫੁਲ ਬਣਾ ਸਕਦੇ ਹੋ। ਸੋ ਇਹ ਸੀ ਹੈਰੀ ਢਿੱਲੋਂ ਸਾਹਿਬ, ਈਕੋ ਟਰਾਂਸਪੋਰਟ ਵਰਲਡ ਵਾਈਡ ਇੰਡਸਟਰੀ ਦੇ ਓਨਰ ਹੈਰੀ ਢਿੱਲੋਂ ਜੀ, ਔਰ ਇਹ ਸੀ ਸਾਡਾ ਅੱਜ ਦਾ ਦ ਬਿਗ ਪੁਆਇੰਟ। ਅਗਲੇ ਹਫ਼ਤੇ ਇੱਕ ਹੋਰ ਸ਼ਖਸ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਫਿਲਹਾਲ ਮੈਨੂੰ ਯਾਨੀ ਭਲੰਦਰ ਸਿੰਘ ਵਰਮਾਨੇ ਨੂੰ ਦਿਓ ਇਜਾਜ਼ਤ। ਧੰਨਵਾਦ। ਥੈਂਕ ਯੂ ਜੀ।